ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਇਸ ਥਲ ਕੋ ਆਏ ਗੁਰ ਉਤਰੇ ਜਬ ਹੀ ਥਾਨ। ਪੈਂਚ ਹੁਤੋ ਗੁਰ ਸਿੱਖ ਸੋ ਸੁਨ ਆਇਓ ਸੁਖ ਜਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਹਨ। ਆਪ ਜੀ ਨੇ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਆਪਣੀਆਂ ਮਨ ਬਿਰਤੀਆਂ ਨੂੰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਇਕਾਗਰ ਕਰੀਏ। ਸਤਿਗੁਰਾਂ ਦੀ ਪਵਿੱਤਰ ਕਥਾ ਸਰਵਣ ਕਰੀਏ। ਜਦੋਂ ਮਹਾਰਾਜ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਤਰਨਤਾਰਨ ਸਾਹਿਬ ਆਏ ਔਰ ਭਾਦਰੋਂ ਦੀ ਮੱਸਿਆ ਦਾ ਵੱਡਾ ਭਾਰੀ ਮੇਲਾ ਸ੍ਰੀ ਤਰਨਤਾਰਨ ਸਾਹਿਬ ਕੀਤਾ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਬੇਨਤੀ ਕੀਤੀ, ਮਹਾਰਾਜ ਇੱਥੋਂ 12 ਕੋ ਚੋਲਾ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਇਤਿਹਾਸਕ ਸਥਾਨ ਹੈ, ਉੱਥੇ ਦੀ ਯਾਤਰਾ ਕਰੀਏ। ਸਤਿਗੁਰੂ ਮਹਾਰਾਜ ਭਾਈ ਸਾਹਿਬ ਦਾ ਬਚਨ ਮੰਨ ਕੇ ਸਣੇ ਪਰਿਵਾਰ ਚੋਲਾ ਸਾਹਿਬ ਆ ਪਹੁੰਚੇ ਹਨ। ਜਦੋਂ ਚੋਲੇ ਸਾਹਿਬ ਆਏ ਨੇ ਤਾਂ ਸਿੱਖਾਂ ਨੇ ਬੇਨਤੀ ਕੀਤੀ ਭਾਈ ਭਾਨਾ ਜੀ ਨੇ ਕਿ ਇੱਥੋਂ ਦਾ ਇਤਿਹਾਸ ਦੱਸੋ। ਤਾਂ ਭਾਈ ਗੁਰਦਾਸ ਜੀ ਨੂੰ ਮਹਾਰਾਜ ਨੇ ਸੇਵਾ ਲਾਈ ਕਿ ਤੁਸੀਂ ਇਤਿਹਾਸ ਸੁਣਾਓ। ਭਾਈ ਸਾਹਿਬ ਕਹਿੰਦੇ ਮੈਂ ਨਾਲ ਸੀ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਬਾਬਾ ਪ੍ਰਿਥੀ ਚੰਦ ਜੀ ਨੇ ਥੋੜ੍ਹਾ ਵਿਰੋਧ ਕੀਤਾ ਤੇ ਮਹਾਰਾਜ ਉੱਥੋਂ ਅੰਮ੍ਰਿਤਸਰ ਤੋਂ ਇਸ ਇਲਾਕੇ 'ਚ ਆ ਗਏ। ਪਹਿਲਾਂ ਸਰਹਾਲੀ ਪਿੰਡ ਆਏ। ਸਰਹਾਲੀ ਵਾਲਿਆਂ ਨੇ ਬੜੀ ਆਓ ਭਗਤ ਕੀਤੀ। ਮਹਾਰਾਜ ਨੇ ਕਿਹਾ ਭਾਈ ਅਸੀਂ ਤੁਹਾਡੇ ਪਿੰਡ ਰਹਿਣਾ ਚਾਹੁੰਦੇ ਹਾਂ। ਉਹਨਾਂ ਨੇ ਜ਼ਮੀਨ ਵੀ ਦਿੱਤੀ, ਡੇਰਾ ਵੀ ਬਣਾਉਣ ਵਾਸਤੇ ਬੇਨਤੀ ਕੀਤੀ। 2-4 ਦਿਨ 10 ਦਿਨ ਮਹਾਰਾਜ ਦੀ ਰੌਣਕ ਮੇਲਾ ਵੱਧ ਗਿਆ। ਜਦੋਂ ਤਾਂ ਪਿੰਡ ਦਾ ਇੱਕ ਜੋਗੀ ਸੀਗਾ ਜਿਹਨੇ ਵੇਖਿਆ ਵੀ ਜੇ ਗੁਰੂ ਅਰਜਨ ਦੇਵ ਜੀ ਇੱਥੇ ਰਹਿ ਗਏ ਮੇਰੀ ਮਾਨਤਾ ਘਟ ਜਾਣੀ ਹੈ, ਗੁਰੂ ਅਰਜਨ ਦੇਵ ਜੀ ਦੀ ਮਾਨਤਾ ਬਹੁਤ ਹੋ ਜਾਣੀ ਹੈ। ਉਹਨੇ ਪਿੰਡ ਦੇ ਕੁਝ ਬੰਦਿਆਂ ਨੂੰ ਚੁੱਕਿਆ ਵੀ ਗੁਰੂ ਅਰਜਨ ਦੇਵ ਨੂੰ ਇੱਥੋਂ ਕੱਢੋਗੇ ਤਾਂ ਤੁਹਾਡੇ ਪਿੰਡ 'ਤੇ ਰਹਿਮ ਹੋਣਾ, ਨਹੀਂ ਤਾਂ ਬੜੀ ਕਰੋਪੀ ਹੋਣੀ ਹੈ, ਕਿਉਂਕਿ ਗੁਰੂ ਅਰਜਨ ਦੇਵ ਬਾਦਸ਼ਾਹ ਦਾ ਬਾਗੀ ਹੈ ਤੇ ਬਾਦਸ਼ਾਹ ਦੀਆਂ ਫੌਜਾਂ ਆਉਣਗੀਆਂ ਤੁਹਾਡਾ ਪਿੰਡ ਉਜਾੜ ਦੇਣਗੀ। ਕੰਨਾਂ ਦੇ ਕੱਚੇ ਬੰਦੇ ਡਰ ਗਏ ਤੇ ਗੁਰੂ ਜੀ ਕੋਲ ਆ ਕੇ ਕਹਿਣ ਲੱਗੇ ਤੁਸੀਂ ਇੱਥੋਂ ਚਲੇ ਜਾਓ। ਮਹਾਰਾਜ ਕਹਿੰਦੇ ਤੁਸੀਂ ਤੇ ਭਾਈ ਅਸੀਂ ਤੁਹਾਨੂੰ ਪੁੱਛਿਆ ਸੀ, ਪੁੱਛ ਕੇ ਬੈਠੇ ਸੀ, ਜੇ ਤੁਸੀਂ ਹੁਣ ਤੁਹਾਨੂੰ ਕੀ ਹੋ ਗਿਆ ਵੀ 2-4 ਦਿਨ 'ਚ ਤੁਸੀਂ ਅੱਖਾਂ ਬਦਲ ਲਈਆਂ। ਉਹ ਕਹਿੰਦੇ ਜੀ ਬਸ ਅਸੀਂ ਤੁਹਾਨੂੰ ਕਹਿ ਦਿੱਤਾ ਵੀ ਇੱਥੋਂ ਚਲੇ ਜਾਓ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਖੜੇ ਹੋਏ ਸਨ ਤੇ ਇੱਕ ਇੱਟ ਸਾਹਮਣੇ ਪਈ ਸੀ, ਉਹ ਇੱਟ ਭੰਨ ਲਈ। 4 ਟੋਟੇ ਹੋ ਗਏ, ਇੱਕ ਪੂਰਬ ਵੱਲ, ਇੱਕ ਪੱਛਮ ਵੱਲ, ਇੱਕ ਉੱਤਰ ਵੱਲ, ਇੱਕ ਦੱਖਣ ਵੱਲ, ਉਹ ਵਗਾ ਦਿੱਤੇ। ਬਾਬਾ ਬੁੱਢਾ ਜੀ ਗਏ ਤੇ ਉਹ ਰੋੜੇ ਚੁੱਕ ਲਿਆਏ, ਪਰ 3 ਪਾਸਿਆਂ ਦੇ ਰੋੜੇ ਲੱਭੇ, ਇੱਕ ਪਾਸੇ ਦੀ ਇੱਟ ਜਿਹੜੀ ਰੋੜਾ ਸੀ ਉਹ ਨਹੀਂ ਲੱਭਾ। ਤੇ ਮਹਾਰਾਜ ਕਹਿੰਦੇ ਹੱਸ ਕੇ ਕਹਿੰਦੇ ਬਾਬਾ ਜੀ ਤੁਸੀਂ ਬਚਾ ਲਿਆ ਇਹਨਾਂ ਨੂੰ। ਬਾਬਾ ਜੀ ਸਮਝ ਗਏ ਸਾਰੀ ਗੱਲ, ਕਿਉਂਕਿ ਉਹ ਲਿਆਏ ਵੀ ਇਸੇ ਕਰਕੇ ਸਨ ਵੀ ਮਹਾਰਾਜ ਦੀ ਨਾਰਾਜ਼ਗੀ ਹੋ ਗਈ ਹੈ, ਪਿੰਡ ਦਾ ਨੁਕਸਾਨ ਹੋ ਜਾਣਾ, ਇਹਨਾਂ ਨੂੰ ਬਚਾ ਲਈਏ। ਮਹਾਰਾਜ ਕਹਿੰਦੇ ਹੁਣ 3 ਪਾਸੇ ਫਸਲ ਹੋਇਆ ਕਰੇਗੀ, ਇੱਕ ਪਾਸੇ ਕਲਰ ਹੋ ਜਾਏਗੀ ਜ਼ਮੀਨ। ਸੋ ਅਜੇ ਵੀ ਸਰਹਾਲੀ ਇੱਕ ਪਾਸੇ ਕਲਰ ਹੈ, 3 ਪਾਸੇ ਸਾਧ ਸੰਗਤ ਦੀ ਫਸਲ ਉਗਦੀ ਹੈ। ਸਰਹਾਲੀ ਤੋਂ ਮਹਾਰਾਜ 5ਵੇਂ ਪਾਤਸ਼ਾਹ ਜੀ ਚੋਲਾ ਸਾਹਿਬ ਜਦੋਂ ਆਏ ਨੇ, ਉਹ ਹੁਣ ਕਥਾ ਭਾਈ ਗੁਰਦਾਸ ਜੀ ਸੁਣਾ ਰਹੇ ਨੇ। ਪਿਆਰ ਨਾਲ ਸਰਵਣ ਕਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਇਸ ਥਲ ਕੋ ਆਏ ਗੁਰ ਉਤਰੇ ਜਬ ਹੀ ਥਾਨ। ਮਹਾਰਾਜ ਜਦੋਂ ਇੱਥੇ ਸਰਹਾਲੀ ਤੋਂ ਚੱਲ ਕੇ ਆਏ ਹਨ ਚੋਲਾ ਸਾਹਿਬ ਵਾਲੀ ਥਾਂ ਤੇ
ਪੈਂਚ ਹੁਤੋ ਗੁਰ ਸਿੱਖ ਸੋ ਸੁਨ ਆਇਓ ਸੁਖ ਮਾਨ। ਮਹਾਰਾਜ ਜਦੋਂ ਇੱਥੇ ਪਹੁੰਚੇ ਤਾਂ ਪਿੰਡ ਦਾ ਜਿਹੜਾ ਪੈਂਚ ਨੰਬਰਦਾਰ ਸੀ ਜਾਂ ਕੋਈ ਪਿੰਡ ਦਾ ਚੌਧਰੀ ਸੀ, ਉਹ ਗੁਰੂ ਘਰ ਨੂੰ ਮੰਨਣ ਵਾਲਾ ਸ਼ਰਧਾਲੂ ਸੀ। ਉਹਨੂੰ ਜਦੋਂ ਪਤਾ ਲੱਗਾ ਵੀ ਗੁਰੂ ਜੀ ਆਏ ਹਨ, ਚੌਪਈ ਧਰਿਓ ਪ੍ਰਸਾਦ ਉਪਾਇ ਨ ਆਕੇ। ਮਹਾਰਾਜ ਦੇ ਚਰਨਾਂ 'ਚ ਪ੍ਰਸ਼ਾਦ ਰੱਖ ਕੇ ਮੱਥਾ ਟੇਕਿਆ। ਸ਼੍ਰੀ ਅਰਜਨ ਕੀ ਚਰਨੀ ਲਾਗੇ। ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ਕੀਤੀ ਹੈ ਪਿੰਡ ਵਾਲਿਆਂ ਨੇ। ਜਨਹੁ ਦਾਸ ਨਿਵਾਸ ਕਰੀਜੈ। ਤੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਅਸੀਂ ਤੁਹਾਡੇ ਸੇਵਕ ਹਾਂ, ਕਿਰਪਾ ਕਰੋ ਸਾਡੇ ਪਿੰਡ ਵਿੱਚ ਹੀ ਵਾਸਾ ਕਰੋ, ਇੱਥੇ ਹੀ ਰਵੋ। ਹੋਏ ਕਰਤਾਰਸ ਦਰਸ਼ਨ ਦੀਜੈ। ਮਹਾਰਾਜ ਆਪਣੇ ਦਰਸ਼ਨ ਦਿਓ, ਸਾਨੂੰ ਕਿਰਤਾਰਥ ਕਰੋ। ਜਿਮ ਕਹਿ ਗੁਰ ਇਸ ਥਾਨ ਟਿਕਾਏ। ਇਹਦਾ ਪਿੰਡ ਵਾਲਿਆਂ ਨੇ ਬੇਨਤੀ ਕਰਕੇ ਗੁਰੂ ਸਾਹਿਬ ਨੂੰ ਇੱਥੇ ਚੋਲਾ ਸਾਹਿਬ ਹੀ ਰੋਕ ਲਿਆ। ਸਰਬ ਸੇਵ ਕੀਨੀ ਮਨ ਲਾਏ। ਔਰ ਇਸ ਪਿੰਡ ਵਿੱਚ ਬੜੀ ਸੇਵਾ ਕੀਤੀ ਪਿੰਡ ਵਾਲਿਆਂ ਨੇ। ਸ਼੍ਰੀ ਗੰਗਾ ਨਿਜ ਸਦਨ ਮਝਾਰ। ਮਾਤਾ ਗੰਗਾ ਜੀ ਨੂੰ ਆਪਣੇ ਘਰ ਲੈ ਗਿਆ ਚੌਧਰੀ ਵੀ। ਮਾਤਾ ਜੀ ਸਾਡੇ ਘਰ ਬੀਬੀਆਂ ਦੇ ਵਿੱਚ ਘਰ ਦੇ ਵਿੱਚ ਰਹਿਣਗੇ। ਹਿਤ ਬਸ ਵੇਲੇ ਗਇਓ ਵਿਚਾਰ। ਉਹ ਜਿਹੜਾ ਪਿੰਡ ਦਾ ਮੁਖੀ ਸੀ, ਉਹਦੀਆਂ ਘਰ ਵਾਲੀਆਂ ਬੀਬੀਆਂ ਆਈਆਂ, ਮਾਤਾ ਗੰਗਾ ਜੀ ਨੂੰ ਘਰ ਲੈ ਗਏ ਰਹਿਣ ਵਾਸਤੇ। ਪੰਚ ਤ੍ਰਿਆ ਨੇ ਬਹੁ ਸਨਮਾਨੀ। ਜਿਹੜੀ ਪਿੰਡ ਦੇ ਚੌਧਰੀ ਦੀ ਘਰ ਵਾਲੀ ਸੀ ਨਾ, ਉਹਨੇ ਮਾਤਾ ਜੀ ਦਾ ਬਹੁਤ ਸਨਮਾਨ ਕੀਤਾ, ਮੱਥਾ ਟੇਕਿਆ ਚਰਨਾਂ ਵਿੱਚ ਤੇ ਮਾਤਾ ਜੀ ਨੂੰ ਬੜਾ ਸੋਹਣਾ ਆਸਣ ਦਿੱਤਾ। ਮਾਤ ਸਮਾਨ ਜਾਨ ਹਿਤ ਠਾਨੀ। ਜਿਵੇਂ ਮਾਵਾਂ ਦੀ ਪੂਜਾ ਹੁੰਦੀ ਹੈ, ਏਦਾਂ ਉਹਨੇ ਪੂਜਾ ਕੀਤੀ, ਸਤਿਕਾਰ ਕੀਤਾ ਹੈ। ਸੁੰਦਰ ਪਲੰਗ ਦਸਾਵਨ ਕਰੇ। ਤੇ ਸੋਹਣਾ ਪਲੰਗ ਢਾ ਕੇ ਦਿੱਤਾ ਹੈ। ਤ੍ਰੇ ਜਾਣਿਓ ਦਿਨ ਬੜ ਅਬ ਚਰੇ। ਕਹਿੰਦੇ ਮਾਂ ਨੇ ਸੋਚਿਆ, ਉਹ ਬੀਬੀ ਨੇ ਵੀ ਅੱਜ ਸਾਡੇ ਭਾਗ ਚੰਗੇ, ਗੁਰੂ ਸਾਹਿਬ ਸਾਡੇ ਕੋਲ ਆਏ ਹੈ ਤੇ ਦਿਨ ਵਾਹਵਾ ਚੜਿਆ ਹੋਇਆ ਤੇ ਮਹਾਰਾਜ ਨੇ ਕੁਝ ਸਵੇਰ ਦਾ ਛਕਿਆ ਵੀ ਨਹੀਂ ਹੋਣਾ। ਸਵੇਰ ਦੇ ਤੁਰੇ ਹਨ, ਸਰਾਲੀ ਤੋਂ ਤੁਰ ਕੇ ਆਏ ਨੇ ਤੇ ਮਹਾਰਾਜ ਨੂੰ ਛੇਤੀ ਛੇਤੀ ਕੁਝ ਨਾ, ਜਿਵੇਂ ਘਰ ਆਇਆਂ ਨੂੰ ਆਪਾਂ ਫਟਾਫਟ ਕੁਝ ਪਹਿਲਾਂ ਚਾਹ ਪਾਣੀ ਪਿਆਨੇ ਆ, ਫਿਰ ਰੋਟੀ ਪਕਾਈ ਦੀ ਟਾਈਮ ਲੱਗ ਜਾਂਦਾ ਪ੍ਰਸ਼ਾਦਾ ਪਕਾਉਣ ਨੂੰ। ਉਸ ਬੀਬੀ ਨੇ ਸੋਚਿਆ ਵੀ ਹੁਣ ਛੇਤੀ ਕੁਝ ਮਹਾਰਾਜ ਨੂੰ ਛਕਾਇਆ ਜਾਵੇ। ਪਹਿਰ ਕਰਤ ਕੋ ਲਾਗੈ ਦੇਰੀ। ਜੇ ਦਾਲ ਸਬਜ਼ੀ ਬਣਾਵਾਂਗੇ ਦੇਰ ਲੱਗੇਗੀ। ਦਾਲ ਸਬਜ਼ੀ ਘੱਟੋ ਘੱਟ ਘੰਟਾ 2 ਘੰਟੇ ਤਾਂ ਲੱਗਦੇ ਹੀ ਹੈ। ਤਿਆਰੀ ਕਰਨੀ ਹੈ, ਸੰਗਤ ਵਾਸਤੇ ਬਣਾਉਣੀ ਹੈ, ਗੁਰੂ ਸਾਹਿਬ ਦੇ ਨਾਲ ਕਈ ਸਿੱਖ ਨੇ, ਸੋ ਇਸ ਕਰਕੇ ਦੇਰ ਲੱਗੇਗੀ ਦਾਲ ਰਿੱਝਦਿਆਂ। ਗੁਰ ਕੇ ਹੋਏ ਹੈ ਛੁਦਾ ਕਨੇਰੀ। ਤੇ ਗੁਰੂ ਸਾਹਿਬ ਨੂੰ ਭੁੱਖ ਲੱਗੀ ਹੋਣੀ ਹੈ। ਸਵੇਰ ਦੇ ਮਹਾਰਾਜ ਜੀ ਤੁਰੇ ਨੇ ਸਰਾਲੀ ਤੋਂ, ਦੁਪਹਿਰ ਦਾ ਟਾਈਮ ਹੋਣ ਲੱਗਾ ਹੈ। ਸਿਤਾ ਕ੍ਰਿਤ ਕੋ ਬਹੁਤ ਮਿਲਾਏ। ਉਹ ਬੀਬੀ ਸਿਆਣੀ ਸੀ, ਉਹਨੇ ਫਟਾਫਟ 2-4 ਪਰੌਂਠੀਆਂ ਬਣਾਈਆਂ ਤੇ ਉਹਨੂੰ ਤੋੜ ਕੇ ਨਾ ਉਹਦੇ 'ਚ ਘਿਓ ਸ਼ੱਕਰ ਪਾ ਲਈ। ਘਿਓ ਸ਼ੱਕਰ ਪਾ ਕੇ ਉਹਦੀ ਚੂਰੀ ਕੁੱਟ ਲਈ। ਆਪਣੇ ਪੰਜਾਬ ਦੇ ਵਿੱਚ ਚੂਰੀ ਕੁੱਟਣ ਦਾ ਬੜਾ ਰਿਵਾਜ ਹੈ। ਪ੍ਰਸ਼ਾਦੇ ਬਣਾਓ, ਪ੍ਰਸ਼ਾਦਿਆਂ ਦੇ ਟੁਕੜੇ ਕਰਕੇ ਛੋਟੇ ਛੋਟੇ, ਵਿੱਚ ਘਿਓ ਪਾ ਲਓ, ਵਿੱਚ ਸ਼ੱਕਰ ਪਾ ਲਓ, ਉਹਨੂੰ ਹੋਰ ਗੁੰਦ ਲਓ ਬੜੀ ਤਰ੍ਹਾਂ, ਤੇ ਉਹ ਫਿਰ ਬੜੀ ਸਵਾਦ ਬਣ ਜਾਂਦੀ ਹੈ। ਉਸ ਬੀਬੀ ਨੇ ਪ੍ਰਸ਼ਾਦਿਆਂ ਦੀ ਸ਼ੱਕਰ ਤੇ ਘਿਓ ਪਾ ਕੇ ਚੂਰੀ ਕੁੱਟ ਲਈ। ਚੋਲਾ ਕਹਿੰਦੇ ਮਾਝੇ 'ਚ, ਆਪਾਂ ਚੂਰੀ ਕਹਿ ਦਿੰਦੇ ਆਮ ਬੋਲੀ ਪੰਜਾਬੀ 'ਚ, ਚੋਲਾ ਵੀ ਕਹਿ ਦਿੰਦੇ। ਹਾਂਜੀ, ਬੜੇ ਭਾਵ ਸੋ ਪੂਰ ਕਟੋਰਾ। ਉਹ ਬੜੀ ਭਾਵਨਾ ਨਾਲ, ਬੜੀ ਸ਼ਰਧਾ ਨਾਲ ਉਸ ਬੀਬੀ ਨੇ ਰੋਟੀਆਂ 2-4 ਵਿੱਚ ਸ਼ੱਕਰ ਤੇ ਵਿੱਚ ਗੁੜ ਘਿਓ ਪਾ ਕੇ ਉਹਨੂੰ ਗੁੰਨ ਕੇ ਤੇ ਬੜੀ ਭਾਵਨਾ ਨਾਲ ਕਟੋਰਾ ਭਰ ਲਿਆ, ਇੱਕ ਬਾਟਾ ਭਰ ਲਿਆ। ਹਾਂਜੀ, ਆਈ ਤੁਰਤ ਗੁਰੂ ਜਦ ਔਰਾ। ਤੇ ਫਟਾਫਟ ਬੀਬੀ ਤਿਆਰੀ ਕਰਕੇ ਪ੍ਰਸ਼ਾਦੇ ਦੀ ਚੂਰੀ ਕੁੱਟ ਕੇ ਮਹਾਰਾਜ 5ਵੇਂ ਪਾਤਸ਼ਾਹ ਜੀ ਦੇ ਕੋਲ ਆ ਗਈ। ਹਾਂਜੀ, ਕਰ ਬੰਧਨ ਬੈਠੀ ਬੜ ਭਾਗਨ। ਬੜੇ ਭਾਗਾਂ ਵਾਲੀ ਸੀ ਉਹ ਬੀਬੀ। ਉਹਨੇ ਮਹਾਰਾਜ ਦੇ 5ਵੇਂ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਬੈਠ ਗਈ। ਗੁਰ ਬੂਜੀ ਲਖ ਕਰ ਅਨਰਾਗਨ। ਮਹਾਰਾਜ ਨੇ ਉਹਦਾ ਪ੍ਰੇਮ ਦੇਖ ਕੇ ਪੁੱਛਿਆ, ਕਰ ਮਹਿ ਕਹੋ ਕਹਾਂ ਲੈ ਆਈ। ਮਹਾਰਾਜ ਕਹਿੰਦੇ ਮਾਈ ਕੀ ਲੈ ਕੇ ਆਈ ਹੈ ਬੀਬੀ? ਹੱਥ ਦੇ ਵਿੱਚ ਕਟੋਰਾ ਫੜਿਆ, ਇਹ ਕੀ ਲੈ ਕੇ ਆਈ ਹੈ ਤੂੰ? ਕਹਾਂ ਕਾਮਨਾ ਹਿਰਦੇ ਉਠਾਈ। ਔਰ ਤੇਰੇ ਮਨ 'ਚ ਕੀ ਇੱਛਾ ਹੈ, ਕੀ ਕਾਮਨਾ ਹੈ, ਕਿਉਂ ਲੈ ਕੇ ਆਈ ਹੈ?
ਸ੍ਰੀ ਗੁਰ ਤੁਮਰੀ ਛੁਦਾ ਵਿਚਾਰੀ। ਹੱਥ ਜੋੜ ਕੇ ਕਹਿਣ ਲੱਗੀ, ਸੱਚੇ ਪਾਤਸ਼ਾਹ, ਮੈਂ ਇਹ ਸੋਚਿਆ ਵੀ ਆਪ ਜੀ ਸਵੇਰ ਦੇ ਤੁਰੇ ਹੋ ਸਰਾਲੀ ਤੋਂ, ਤੇ ਆਪ ਜੀ ਨੇ ਕੁਝ ਖਾਧਾ ਪੀਤਾ ਨਹੀਂ, ਭੁੱਖ ਲੱਗੀ ਹੋਣੀ ਹੈ। ਹਾਂਜੀ, ਕਛ ਖਾਨ ਹਿਤ ਲਿਆਏ ਆਹਾਰੀ। ਆਪ ਜੀ ਦੇ ਛਕਣ ਵਾਸਤੇ ਥੋੜਾ ਜਿਹਾ ਲੈ ਆਈ ਆ, ਇਹਨੇ ਨੂੰ ਦਾਲ ਧਰੀ ਹੈ, ਸਬਜ਼ੀ ਬਣ ਜਾਣੀ ਹੈ, ਤੇ ਸਾਰੀ ਸੰਗਤ ਨੂੰ ਵੀ ਪ੍ਰਸ਼ਾਦਾ ਛਕਾਵਾਂਗੇ, ਪਰ ਆਪ ਜੀ ਥੋੜਾ ਜਿਹਾ ਛਕ ਲਵੋ। ਹਾਂਜੀ, ਇਮ ਕਹਿ ਕਰ ਧਰਿਓ ਕਟੋਰਾ ਆਗੇ। ਉਸ ਭਾਗਾਂ ਵਾਲੀ ਬੀਬੀ ਨੇ ਉਹ ਚੂਰੀ ਦਾ ਕਟੋਰਾ, ਚੋਲੇ ਦਾ ਕਟੋਰਾ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦੇ ਅੱਗੇ ਰੱਖ ਦਿੱਤਾ, ਉਤੇ ਛੁਦਤ ਗੁਰ ਅਚਵਨ ਲਾਗੇ। ਤੇ ਸਤਿਗੁਰੂ ਜੀ ਉਹਦਾ ਪਿਆਰ ਵੇਖ ਕੇ ਛਕਣ ਲੱਗ ਪਏ ਹਨ। ਭਏ ਪ੍ਰਸੰਨ ਜਬ ਹੈ ਸੋ ਖਾਈ। ਤੇ ਜਦੋਂ ਮਹਾਰਾਜ ਚੂਰੀ ਖਾ ਰਹੇ, ਚੋਲਾ ਖਾ ਰਹੇ ਨੇ ਚਮਚੇ ਦੇ ਨਾਲ, ਤੇ ਇਹਨੇ ਨੂੰ ਪਿੰਡ ਦੀਆਂ ਸੰਗਤਾਂ ਹੋਰ ਵੀ ਉੱਥੇ ਜੁੜਨ ਲੱਗ ਪਈਆਂ, ਤੇ ਆ ਕੇ ਬੈਠੇ ਗਏ 5 10 20 50 ਸਰੀਰ ਹੋ ਗਏ ਹੌਲੇ ਹੌਲੇ, ਕਿਉਂਕਿ ਪਿੰਡ 'ਚ ਪਤਾ ਲੱਗਾ ਵੀ ਗੁਰੂ ਜੀ ਆਏ ਨੇ। ਲੋਕ ਫਟਾਫਟ ਕੰਮ ਕਰਦੇ ਛੱਡਦੇ ਵਿੱਚ ਆ ਗਏ, ਤੇ ਜਿੱਥੇ ਸਤਿਗੁਰੂ ਜੀ ਬੈਠੇ ਸੀ ਨਾ, ਉੱਥੇ ਵਾਹਵਾ ਰੌਣਕ ਹੋ ਗਈ। ਇਹਨਾਂ ਨੂੰ ਮਹਾਰਾਜ ਨੇ ਚੂਰੀ ਵੀ ਛਕ ਲਈ, ਚੋਲਾ ਛਕ ਲਿਆ, ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਕਹਿਓ ਬਨੋ ਚੋਲਾ ਕਰ ਲਿਆਈ। ਤੇ ਮਹਾਰਾਜ ਕਹਿੰਦੇ, ਮਾਈ ਬਹੁਤ ਵਧੀਆ, ਕਹਿੰਦੇ ਤੂੰ ਤੇ ਚੋਲਾ ਹੀ ਕਰਕੇ ਲਿਆਈ ਮਾਨੋ। ਪਾਨ ਪਖਾਰ ਚੁਲਾ ਜਬ ਕਰਿਓ। ਤੇ ਮਹਾਰਾਜ ਨੇ ਹੱਥ ਧੋਏ, ਚੁਲਾ ਕੀਤਾ। ਮਰਜ਼ਾਦਾ ਹੈ ਲੰਗਰ ਛਕਣ ਤੋਂ ਪਹਿਲਾਂ ਵੀ ਹੱਥ ਧੋਣੇ, ਤੇ ਬਾਅਦ ਚ ਵੀ। ਤੇ ਸਤਿਗੁਰੂ ਜੀ ਨੇ ਹੱਥ ਧੋ ਕੇ ਚੁਲਾ ਕੀਤਾ। ਸ੍ਰੀ ਅਰਜਨ ਤਵ ਸ਼ਬਦ ਉਚਰਿਓ। ਤੇ ਸਤਿਗੁਰੂ ਪੰਜਵੇਂ ਪਾਤਸ਼ਾਹ ਫਿਰ ਸ਼ਬਦ ਉਚਾਰਨ ਕੀਤਾ। ਮਹਾਰਾਜ ਨੇ ਉਸ ਵੇਲੇ ਬਾਣੀ ਉਚਾਰਨ ਕੀਤੀ ਹੈ। ਵਿੱਚ ਤਨਾਸਰੀ ਬੋਲਤ ਬੋਲਾ। ਮਹਾਰਾਜ ਤਨਾਸਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ। ਸ੍ਰੀ ਨਾਨਕ ਕੇ ਸੁੰਦਰ ਚੋਲਾ। ਇਹ ਹੈ ਤਨਾਸਰੀ ਮਹੱਲਾ ਪੰਜਵਾਂ। ਬਾਹਰ ਜਾਉ ਗੁਰ ਆਪਣੇ ਉਪਰ, ਜਿਨ ਹਰ ਹਰ ਨਾਮ ਦ੍ਰਿੜਾਇਆ। ਮਹਾ ਭਿਆਨ ਅੰਧਕਾਰ ਮੈਂ ਜਿਨ ਸੀਧਾ ਮਾਰਗ ਦਿਖਾਇਆ। ਹਮਰੇ ਪਿਤਾ ਗੋਪਾਲ ਗੋਬਿੰਦ, ਇਹਾਂ ਉਹਾਂ ਸਰਬ ਥੋਕੀ ਜਿਸੈ ਹਮਾਰੀ ਚਿੰਦ। ਅਖੀਰਲੀਆਂ ਪੰਕਤੀਆਂ ਆਉਂਦੀਆਂ ਨੇ। ਸੀਤਲ ਸਾਂਤ ਮਹਾ ਸੁਖ ਪਾਇਆ, ਸੰਤ ਸੰਗ ਰਹਿਓ ਓਲਾ। ਹਰ ਧਨ ਸੰਚਨ ਹਰ ਨਾਮ ਭੋਜਨ, ਇਹੋ ਨਾਨਕ ਕੀਨੋ ਚੋਲਾ। ਚੋਲਾ ਛਕ ਕੇ ਤੇ ਸ਼ਬਦ ਵੀ ਮਹਾਰਾਜ ਚੋਲੇ ਦੇ ਪ੍ਰਥਾਏ ਉਚਾਰਨ ਕਰਦਾ। ਧੰਨ ਗੁਰੂ ਅਰਜਨ ਦੇਵ ਜੀ। ਨਾਮ ਮਹਾਤਮ ਸਭ ਪਹਿ ਭਾਖਾ। ਇਸ ਬਾਣੀ ਦੇ ਵਿੱਚ ਇਹ ਸਾਰੇ ਸ਼ਬਦ ਚ ਨਾਮ ਦੀ ਮਹਿਮਾ ਦੱਸੀ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਐ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਨਾਮ ਦੀ ਮਹਿਮਾ ਦਸੀ ਹੈ। ਸੁਖ ਪੈ ਹੈ ਤ੍ਰਿ ਕੋ ਬਰਦੀਨ। ਉਸ ਬੀਬੀ ਨੂੰ ਵੀ ਵਾਰ ਦਿੱਤਾ, ਮਾਈ ਸੁਖ ਪਾਏਂਗੀ। ਪਰਮਾਤਮਾ ਗੁਰੂ ਨਾਨਕ ਦੇਵ ਜੀ ਤੇਰੀਆਂ ਸਾਰੀਆਂ ਹੀ ਆਸਾਂ ਮੁਰਾਦਾਂ ਪੂਰੀਆਂ ਕਰਨਗੇ। ਸਦਨ ਗਈ ਮਨ ਆਨੰਦ ਕੀਨ। ਪੰਜਵੇਂ ਪਾਤਸ਼ਾਹ ਤੋਂ ਵਰ ਲੈ ਕੇ ਉਹ ਮਾਤਾ ਤਾਂ ਆਪਣੇ ਘਰ ਚਲੀ ਗਈ, ਜੋ ਸਰਪੰਚ ਦੀ ਚੌਧਰੀ ਦੀ ਘਰ ਵਾਲੀ ਸੀ। ਤਿਸ ਪਿੱਛੇ ਪੁਰ ਜਨ ਚਲ ਆਏ। ਉਹਨੇ ਨੂੰ ਉੱਥੇ ਬਹੁਤ ਸਾਰੀਆਂ ਸੰਗਤਾਂ ਆ ਗਈਆਂ, ਬਹੁਤ ਲੋਕ ਆ ਕੇ ਬੈਠ ਗਏ। ਬੈਠੇ 14 ਸਭਾ ਲਗਾਏ। ਮਹਾਰਾਜ ਦਾ ਦੀਵਾਨ ਸਜ ਗਿਆ। ਚਾਰੇ ਪਾਸੇ ਮੱਥਾ ਟੇਕ ਟੇਕ ਕੇ ਸਿੱਖ ਬੈਠੀ ਜਾਂਦੇ ਹਨ। ਸ੍ਰੀ ਅਰਜਨ ਬੋਲੇ ਅਬਰਾਮੂ। ਮਹਾਰਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਬੋਲੇ ਹਨ। ਕਹਾਂ ਗ੍ਰਾਮ ਤੁਮਰੇ ਕੋ ਨਾਮੂ। ਮਹਾਰਾਜ ਸਾਹਿਬ ਪਾਤਸ਼ਾਹ ਕਹਿੰਦੇ, ਭਾਈ ਪਿੰਡ ਵਾਲਿਓ, ਤੁਹਾਡੇ ਪਿੰਡ ਦਾ ਨਾਂ ਕੀ ਹੈ? ਸਾਰੇ ਪਿੰਡ ਵਾਲਿਆਂ ਨੂੰ, ਸਾਰੀ ਪੰਚਾਇਤ ਨੂੰ ਗੁਰੂ ਸਾਹਿਬ ਪੁੱਛਦੇ, ਦੱਸੋ ਵੀ ਤੁਹਾਡੇ ਪਿੰਡ ਦਾ ਨਾਂ ਕੀ ਹੈ? ਹਾਂਜੀ, ਹੱਥ ਜੋੜ ਭਾਖਿਓ ਤਿਸ ਬੇਰਾ। ਪਿੰਡ ਵਾਲਿਆਂ ਨੇ ਹੱਥ ਜੋੜ ਕੇ ਆਖਿਆ, ਪੈਣੀ ਨਾਮ ਪਨਹਿ ਇਸ ਕੇਰਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ ਪਿੰਡ ਦਾ ਨਾਮ ਭੈਣੀ ਹੈ। ਸਾਡੇ ਪਿੰਡ ਨੂੰ ਲੋਕ ਭੈਣੀ ਕਹਿੰਦੇ ਹਨ।
ਇਹ ਭੈਣੀ ਨਗਰ ਹੈ। ਗੁਰੂ ਕਹਿਓ ਚੋਲਾ ਅਬ ਨਾਮੂ। ਮਹਾਰਾਜ ਕਹਿਣ ਲੱਗੇ ਬਈ ਅੱਜ ਤੋਂ ਬਾਅਦ ਇਹਦਾ ਨਾਮ ਚੋਲਾ ਸਾਹਿਬ ਹੋਏਗਾ। ਹੁਣ ਅਸੀਂ ਇਹਨੂੰ ਚੋਲਾ ਸਾਹਿਬ ਕਹਾਂਗੇ, ਭੈਣੀ ਨਹੀਂ ਕਹਿਣਾ। ਹਾਂਜੀ, ਪ੍ਰਥਮ ਨਾਮ ਨਾਹਨ ਅਬ ਰਾਮੂ। ਪਹਿਲਾ ਨਾਮ ਇੰਨਾ ਚੰਗਾ ਨਹੀਂ ਸੀ, ਸੋਹਣਾ ਨਹੀਂ ਸੀ, ਅਸੀਂ ਇਹਦਾ ਬਹੁਤ ਸੋਹਣਾ ਨਾਮ ਰੱਖ ਦਿੱਤਾ, ਚੋਲਾ ਸਾਹਿਬ ਹੋਵੇਗਾ। ਇੱਕ ਨਰ ਬੀਚ ਹੁਤੋ ਤਿਹ ਕਹਿਓ। ਸਾਧ ਸੰਗਤ ਜੀ, ਉਹ 50-100 ਬੰਦੇ ਪਿੰਡ ਦੇ ਇਕੱਠੇ ਸੀਗੇ। ਇੱਕ ਉਹਨਾਂ 'ਚ ਮੇਰੇ ਵਰਗਾ ਮੂਰਖ ਬੰਦਾ ਵੀ ਬੈਠਾ ਸੀਗਾ, ਕਿਉਂਕਿ ਹਰ ਜਗ੍ਹਾ ਤੇ ਚੰਗੇ ਸਿਆਣੇ ਵੀ ਮਿਲ ਜਾਂਦੇ ਆ ਤੇ ਮੋਟੀ ਬੁੱਧੀ ਵਾਲੇ ਵੀ ਹੁੰਦੇ ਆ। ਇੱਕ ਬੰਦਾ ਮੂਰਖ ਬੁੱਧੀ ਵਾਲਾ ਇਉਂ ਬੋਲਿਆ, ਭੈਣੀ ਬਿਦਤ ਨਾਮ ਸਭ ਲਹਿਓ। ਦੇਖੋ ਗੁਰੂ ਜੀ, ਸਾਡੇ ਪਿੰਡ ਦਾ ਨਾਮ ਭੈਣੀ ਹੈ, ਸਾਰੇ ਭੈਣੀ ਸੱਦਦੇ ਨੇ। ਅਬ ਚੋਲਾ ਕਿਮ ਹੋਵੈ ਨਾਮੂ। ਹੁਣ ਇਹਦਾ ਨਾਂ ਚੋਲਾ ਕਿਵੇਂ ਰੱਖੋਗੇ? ਸਾਡਾ ਪਿੰਡ ਜੋ ਵੀ ਨਾਂ ਰੱਖਿਆ ਸਾਡੇ ਬਜ਼ੁਰਗਾਂ ਨੇ ਉਹੀ ਠੀਕ ਹੈ, ਤੁਸੀਂ ਸਾਡੇ ਪਿੰਡ ਦਾ ਨਾਂ ਨਾ ਬਦਲੋ। ਹਾਂਜੀ, ਬੁਰੋ ਧਰਿਓ ਕਹਿ ਹੋਏ ਅਬੇ ਰਾਮੂ। ਉਹ ਸਾਡੇ ਪਿੰਡ ਦਾ ਨਾਂ ਭੈਣੀ ਹੈ, ਚੰਗਾ ਜਾਂ ਮਾੜਾ ਜੋ ਵੀ ਹੈ ਉਹ ਹੀ ਰਵੇਗਾ। ਤੁਸੀਂ ਬਾਹਰੋਂ ਆ ਕੇ ਸਾਡੇ ਪਿੰਡ ਦਾ ਨਾਂ ਬਦਲਣ ਲੱਗੇ ਹੋ। ਅਸੀਂ ਨਹੀਂ ਆਪਣੇ ਪਿੰਡ ਦਾ ਨਾਂ ਬਦਲਣਾ ਚਾਹੁੰਦੇ, ਸਾਡੇ ਪਿੰਡ ਦਾ ਨਾਮ ਭੈਣੀ ਹੀ ਰਹੇਗਾ। ਫੋਨ ਗੁਰ ਕਹਿਓ ਪਨਿਓ ਹੈ ਚੋਲਾ। ਮਹਾਰਾਜ ਕਹਿਣ ਲੱਗੇ ਅਸੀਂ ਚੋਲਾ ਆਖਿਆ ਤੇ ਹੁਣ ਚੋਲਾ ਹੀ ਰਹੇਗਾ, ਅਸੀਂ ਇਹਦਾ ਨਾਂ ਚੋਲਾ ਸਾਹਿਬ ਰੱਖਿਆ। ਹਾਂਜੀ, ਨਹੀਂ ਹਟਾਵਨ ਬੋਲੋ ਬੋਲਾ। ਬਸ ਹੁਣ ਤੋਂ ਇਹਨੂੰ ਮੋੜ ਨਾ ਸਾਡਾ ਬਚਨ, ਇਹ ਹੁਣ ਪਿੰਡ ਦਾ ਨਾਂ ਚੋਲਾ ਸਾਹਿਬ ਹੀ ਰਹਿਣਾ। ਹੁਣ ਇਹਨੂੰ ਭੈਣੀ ਕਰਕੇ ਨਾ ਬੁਲਾਇਆ ਜੇ। ਪੁਨ ਰਾਹਕ ਮਤ ਮੰਦ ਬਖਾਨਾ। ਉਹ ਜਿਹੜਾ ਜ਼ਿਮੀਂਦਾਰ ਸੀ ਨਾ, ਉਹ ਮੂਰਖਮਤੀ ਵਾਲਾ ਸੀ, ਮੋਟੀ ਬੁੱਧੀ ਵਾਲਾ ਸੀ, ਕਦੀ ਸਤਸੰਗ ਕੀਤੀ ਨਹੀਂ ਸੀ, ਮਹਾਂਪੁਰਸ਼ਾਂ ਦੇ ਬਚਨ ਕਿਵੇਂ ਸਾਂਭੀਦੇ ਆ, ਕਿਵੇਂ ਸੁਣੀਦੇ ਆ, ਇੰਨੀ ਅਕਲ ਨਹੀਂ ਸੀਗੀ। ਤੇ ਮਹਾਰਾਜ ਨੂੰ ਫਿਰ ਦੂਜੀ ਵਾਰੀ ਬੋਲਿਆ, ਕਿਆ ਚੋਲਾ ਹਮ ਨਾਹਿਨ ਜਾਣੈ। ਅਸੀਂ ਨਹੀਂ ਜਾਣਦੇ ਜੀ ਚੋਲਾ ਚੋਲਾ ਕੀ ਹੁੰਦਾ, ਅਸੀਂ ਤਾਂ ਭੈਣੀ ਜਾਣਦੇ ਆ, ਸਾਡੇ ਪਿੰਡ ਦਾ ਨਾਂ ਭੈਣੀ ਆ। ਤੁਸੀਂ ਕੌਣ ਹੁੰਦੇ ਸਾਡਾ ਪਿੰਡ ਦਾ ਨਾਂ ਬਦਲਣ ਵਾਲੇ? ਜਿਹੜਾ ਸਾਡੇ ਬਜ਼ੁਰਗਾਂ ਨੇ ਨਾਂ ਰੱਖਿਆ ਅਸੀਂ ਤੇ ਉਹੀ ਰੱਖਣਾ, ਅਸੀਂ ਨਹੀਂ ਜਾਣਦੇ ਚੋਲੇ ਨੂੰ। ਸਾਡਾ ਪਿੰਡ ਭੈਣੀ ਹੈ ਤੇ ਭੈਣੀ ਰਹੇਗਾ। ਗੁਰੂ ਕਹਿਓ ਅਬ ਚੋਲਾ ਹੋਵੈ। ਸਤਿਗੁਰੂ ਤੀਜੀ ਵਾਰ ਫਿਰ ਬੋਲੇ, ਪੰਜਵੇਂ ਪਾਤਸ਼ਾਹ ਕਹਿੰਦੇ ਵੀ ਹੁਣ ਤੇ ਚੋਲਾ ਹੀ ਹੋਵੇਗਾ। ਸਤਿਗੁਰੂ ਕਹਿੰਦੇ ਹੁਣ ਇਹਦਾ ਨਾਂ ਭੈਣੀ ਨਹੀਂ, ਹੁਣ ਚੋਲਾ ਸਾਹਿਬ ਹੀ ਸੱਦੇ ਜਾਏਗਾ। ਭੈਣੀ ਨਾਮ ਸਕਲ ਹੀ ਖੋਵੈ। ਭੈਣੀ ਨਾਮ ਹੁਣ ਇਹ ਖਤਮ ਹੋ ਜਾਏਗਾ, ਭੈਣੀ ਨਾਮ ਨਹੀਂ ਰਹੇਗਾ ਹੁਣ ਇਸ ਪਿੰਡ ਦਾ, ਉਹ ਗੁੰਮ ਜਾਏਗਾ, ਅਲੋਪ ਹੋ ਜਾਏਗਾ, ਲੋਕ ਭੁੱਲ ਜਾਣਗੇ ਭੈਣੀ, ਸਾਰੇ ਇਹਨੂੰ ਚੋਲਾ ਸਾਹਿਬ ਹੀ ਕਿਹਾ ਕਰਨਗੇ। ਸੁਨ ਮੂਰਖ ਨੇ ਫੇਰ ਹਟਾਇਓ। ਉਹ ਬੰਦਾ ਮੂਰਖ ਤੀਜੀ ਵਾਰ ਫੇਰ ਨਾ ਚੁੱਪ ਕੀਤਾ। ਕਈ ਬੰਦੇ ਇਹੋ ਜਿਹੇ ਹੁੰਦੇ ਆ ਵੀ ਉਹਨਾਂ ਨੂੰ 100 ਵਾਰੀ ਵੀ ਕੋਈ ਸਮਝਾਵੇ ਤਾਂ ਵੀ ਅਕਲ ਖਾਨੇ ਗੱਲ ਪੈਂਦੀ ਕੋਈ। ਇਹੋ ਜਿਹਾ ਮੂਰਖ ਬੰਦਾ ਤੀਜੀ ਵਾਰ ਫੇਰ ਬੋਲ ਪਿਆ, ਇਹੋ ਕਮਲਾ ਤਬ ਗੁਰੂ ਅਲਾਇਓ। ਜਦੋਂ ਨਾ ਹਟਿਆ ਤੇ ਗੁਰੂ ਜੀ ਕਹਿੰਦੇ ਤੇ ਕਮਲਾ। ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਦੇ ਮੁਖ ਤੋਂ ਇਹ ਬਚਨ ਨਿਕਲ ਗਿਆ, ਇਹ ਕਮਲਾ ਹੈ, ਪਾਗਲ ਹੈ, ਇਹ ਇਦਾਂ ਹੀ ਬੋਲੀ ਜਾਂਦਾ। ਹਾਂਜੀ, ਸਭ ਮੈਂ ਬੈਠਿਓ ਬਾਵਰ ਭਇਓ। ਭਰੀ ਪੰਚਾਇਤ ਦੇ ਵਿੱਚ ਉੱਥੇ ਹੀ ਪਾਗਲ ਹੋ ਗਿਆ, ਉੱਥੇ ਹੀ ਕਮਲਾ ਹੋ ਗਿਆ, ਕੱਪੜੇ ਪਾੜਨ ਲੱਗ ਪਿਆ, ਚੀਕਾਂ ਮਾਰਨ ਲੱਗ ਪਿਆ। ਬਸਤਰ ਫਾਰ ਕਰ ਨਹਿ ਥਿਰ ਪ੍ਰਥਿਓ। ਕਹਿੰਦੇ ਕੱਪੜੇ ਪਾੜ ਕੇ ਊਟ ਪਟਾਂਗ ਬੋਲਣ ਲੱਗ ਪਿਆ, ਜਿਵੇਂ ਸ਼ੁਦਾਈ ਹੋ ਜਾਂਦੇ ਨਾ, ਦਿਮਾਗ ਖਰਾਬ ਹੋ ਜਾਂਦਾ, ਦਿਮਾਗ ਉਹਦਾ ਪਾਗਲ ਹੋ ਗਿਆ, ਕਮਲਾ ਹੀ ਹੋ ਗਿਆ। ਉਹ ਉਸੇ ਵੇਲੇ ਹੀ ਗੁਰੂ ਸਾਹਿਬ ਦੇ ਇੱਧਰੋਂ ਮੂੰਹ ਤੋਂ ਬਚਨ ਨਿਕਲਿਆ ਕਮਲਾ, ਉਹ ਉਸੇ ਵੇਲੇ ਹੀ ਕਮਲਾ ਹੋ ਗਿਆ। ਹਾਂਜੀ, ਫੇਰਤ ਬਿਸਮੈ ਮਾਨਵ ਸਾਰੇ। ਵੇਖ ਕੇ ਸਾਰ ਹੈਰਾਨ ਹੋ ਗਏ ਵੀ ਇਹ ਕੀ ਭਾਣਾ ਵਰਤ ਗਿਆ, ਇਹ ਬੰਦਾ ਸਾਡਾ ਗਲਤੀ ਕਰ ਗਿਆ, ਬੜੀ ਵੱਡੀ ਮੂਰਖਤਾ ਕੀਤੀ ਇਹਨੇ। ਮਹਾਂਪੁਰਸ਼ਾਂ ਦੇ ਨਾਲ ਇੱਦਾਂ ਕਦੀ ਟੱਕਰ ਨਹੀਂ ਲਈਦੀ। ਸੰਤਨ ਸੇਤੀ ਮਸ਼ਕਰੀਏ ਡੁੱਬਣ ਕੇ ਕਾਂ। ਸੰਤਾਂ ਮਹਾਂਪੁਰਸ਼ਾਂ ਨਾਲ ਮੱਥਾ ਲਾਣਾ ਡੁੱਬਣ ਦੀਆਂ ਨਿਸ਼ਾਨੀਆਂ। ਇਹਦਾ ਇਹਨੇ ਆਪਣੇ ਆਪ ਹੀ ਪੈਰੀਂ ਕੁਹਾੜਾ ਮਾਰ ਲਿਆ, ਮੂਰਖਤਾ ਕੀਤੀ ਹੈ। ਇਹ ਸੱਚੀ ਮੁੱਚੀ
ਕਮਲਿਆਂ ਵਾਲੇ ਕੰਮ ਕੀਤੇ ਤੇ ਕਮਲਾ ਹੋ ਗਿਆ। ਹਾਂਜੀ, ਪੰਚ ਤਰਾਸ ਧਰ ਬਿਨੈ ਉਚਾਰੇ। ਉਹ ਜਿਹੜਾ ਪਿੰਡ ਦਾ ਚੌਧਰੀ ਸੀ ਨਾ, ਗੁਰੂ ਦਾ ਪਿਆਰਾ ਸੀ, ਉਹਨੂੰ ਸ਼ਰਧਾ ਸੀ। ਉਹਨੇ ਹੱਥ ਜੋੜ ਕੇ ਭੈ ਦੇ ਨਾਲ, ਅਦਬ ਦੇ ਨਾਲ ਬੇਨਤੀ ਕੀਤੀ, ਸਿਮਹੁ ਗੁਰੂ ਨਹਿ ਲਖੈ ਗਵਾਰ। ਮਹਾਰਾਜ ਮਾਫ ਕਰ ਦਿਓ ਇਹਨੂੰ, ਇਹ ਮੂਰਖ ਹੈ, ਇਹਦੀ ਬੁੱਧੀ ਘੱਟ ਹੈ, ਗਵਾਰ ਹੈ, ਇਹਨੇ ਕਦੀ ਸਤਸੰਗ ਕੀਤਾ ਹੀ ਨਹੀਂ। ਕਦੀ ਗੁਰੂ ਕੇ ਪਿਆਰਿਆਂ ਵਿੱਚ ਬੈਠਾਂਗੇ, ਸੰਤ ਸੰਗ ਕਥਾ ਸੁਣਾਂਗੇ, ਕੀਰਤਨ ਸੁਣਾਂਗੇ ਤਾਂ ਹੀ ਸਮਝ ਆਣੀ ਨਾ। ਜੇ ਕਦੀ ਅਸੀਂ ਗੁਰਦੁਆਰੇ ਬੈਠੇ ਹੀ ਨਹੀਂ, ਕੋਈ ਭਜਨ ਕੀਰਤਨ ਕੀਤਾ ਹੀ ਨਹੀਂ, ਨਾਮ ਬਾਣੀ ਨਾਲ ਜੁੜੇ ਹੀ ਨਹੀਂ, ਤੇ ਫਿਰ ਕੀ ਪਤਾ ਵੀ ਗੁਰੂਆਂ ਦਾ ਸਤਿਕਾਰ ਕੀ ਹੁੰਦਾ, ਜਾਂ ਗੁਰੂ ਕੀ ਬਾਣੀ ਦਾ ਸਤਿਕਾਰ ਕੀ ਹੁੰਦਾ, ਜਾਂ ਮਹਾਰਾਜ ਦਾ ਬਚਨ ਕਿਵੇਂ ਮੰਨੀ ਦਾ ਪਤਾ ਨਹੀਂ ਲੱਗਦਾ। ਤਾਂ ਇਹ ਤਾਂ ਬਈ ਜਿੰਨਾ ਕੋਈ ਗੁਰੂ ਘਰ ਜੁੜੇਗਾ ਉਹ ਹੌਲੇ ਹੌਲੇ ਰੰਗ ਲੱਗਦਾ ਹੈ। ਰੰਗ ਲਾਗਤ 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 ਹੈ, ਦੁੱਖ ਭਾਗਤ ਭਾਗਤ ਭਾਗਤ, ਰੰਗ ਲੱਗਦਿਆਂ ਲੱਗਦਿਆਂ ਲੱਗਦਾ। ਮਹਾਰਾਜ ਇਹ ਮੂਰਖ ਬੰਦਾ, ਇਹਨੂੰ ਰੰਗ ਨਹੀਂ ਲੱਗਾ, ਇਹ ਗਵਾਰ ਹੈ, ਬੁੱਧੀ ਇਹਦੀ ਘੱਟ ਹੈ, ਤੇ ਇਹੋ ਜਿਹੀਆਂ ਕਮਲੀਆਂ ਗੱਲਾਂ ਤਾਂ ਹੀ ਕਰਦਾ। ਇਹਨੂੰ ਬਖਸ਼ ਦਿਓ। ਬਾਕ ਹਟਾਇਓ ਬਾਰੰਬਾਰ। ਇਹਨੇ ਆਪ ਜੀ ਦਾ ਬਚਨ 3 ਵਾਰੀ ਮੋੜਿਆ। ਪਹਿਲੀ ਵਾਰੀ ਨਹੀਂ ਬਚਨ ਮੋੜਨਾ ਚਾਹੀਦਾ, ਗੁਰੂ ਕੇ ਬਚਨ ਨੂੰ ਤੇ ਪਹਿਲੀ ਵਾਰੀ ਮੰਨ ਲੈਣਾ ਚਾਹੀਦਾ। ਇਹਨੇ ਬਾਰ-ਬਾਰ ਬਾਰ-ਬਾਰ ਬਚਨ ਮੋੜਿਆ ਹੈ। ਗੁਰੂ ਜੀ ਮੋਹ ਦੇਸ਼ ਦੇਖ ਕਰੋ ਅਬ ਕਰਨਾ। ਮੇਰੇ ਵੱਲ ਮਹਾਰਾਜ ਮੇਰੇ ਹੱਥ ਜੋੜੇ ਆ ਤੁਹਾਡੇ ਚਰਨਾਂ 'ਚ। ਗੁਰੂ ਜੀ ਸਿਰ ਮੈਂ ਤੁਹਾਡੇ ਚਰਨਾਂ 'ਚ ਰੱਖਦਾ। ਸਾਡੇ ਸਾਰੇ ਪਿੰਡ ਦੇ ਵੱਲ ਤਰਸ ਕਰੋ, ਇਹਨੂੰ ਵੀ ਬਖਸ਼ ਦਿਓ, ਇਹਨੂੰ ਮਾਫ ਕਰ ਦਿਓ। ਹਾਂਜੀ, ਬਾਵਰ ਪਨਾ ਕਰੋ ਸਭ ਹਰਨਾ। ਇਹਦਾ ਜਿਹੜਾ ਕਮਲਾਪਣ ਸ਼ਦਾਈਪਣ ਇਹਨੂੰ ਹੋ ਗਿਆ, ਕੱਪੜੇ ਪਾੜ ਰਿਹਾ, ਮਹਾਰਾਜ ਦੇ ਬਾਲ ਬੱਚੇ ਰੁਲ ਜਾਣਗੇ, ਕੰਮ ਕੌਣ ਕਰੇਗਾ ਖੇਤਾਂ 'ਚ। ਇਹਦੀ ਜ਼ਿੰਦਗੀ ਬਚਾ ਲਓ, ਇਹਨੂੰ ਬਖਸ਼ ਦਿਓ ਮਹਾਰਾਜ, ਮਿਹਰ ਕਰੋ, ਤਰਸ ਕਰੋ। ਹਾਂਜੀ, ਸੁਨ ਗੁਰ ਕਹਿਓ ਨਾ ਮਿਟ ਹੈ ਸਰਬ। ਮਹਾਰਾਜ ਕਹਿਣ ਲੱਗੇ, ਦੇਖ ਬਈ ਚੌਧਰੀ ਤੂੰ ਬੜਾ ਸਾਡਾ ਪ੍ਰੇਮੀ ਹੈ, ਪਰ ਤੈਨੂੰ ਦੱਸੀਏ ਵੀ ਇਹ ਤਾਂ ਸਾਰੀ ਬਿਮਾਰੀ ਨਹੀਂ ਜਾਣੀ, ਪੂਰੀ ਤਰ੍ਹਾਂ ਨਹੀਂ ਠੀਕ ਹੋਣਾ ਇਹਨੇ ਹੁਣ। ਹਾਂਜੀ, ਮੂੜ ਨਾ ਮਾਨਤ ਹੈ ਕਰ ਗਰਬ। ਇਹ ਹੰਕਾਰਿਆ ਹੋਇਆ ਸੀ ਨਾ, ਮੂਰਖ ਸੀ। ਸਾਧ ਸੰਗਤ ਜੀ ਗੁਰਬਾਣੀ 'ਚ ਮੂਰਖ ਦੇ ਲੱਛਣ ਦੱਸੇ। ਮੂਰਖ ਕੇ ਕਿਆ ਲੱਖਣ ਹੈ, ਕਿਆ ਮੂਰਖ ਕਾ ਕਰਨਾ। ਕਹਿੰਦੇ ਮੂਰਖ ਦੇ ਸਿਰ ਤੇ ਸਿੰਘ ਹੁੰਦੇ ਨਹੀਂ। ਕਹਿੰਦੇ ਮੂਰਖ ਦੀ ਨਿਸ਼ਾਨੀ ਕਿਵੇਂ ਫੜਾਂਗੇ, ਫਿਰ ਕਿਵੇਂ ਪਤਾ ਲੱਗੇਗਾ ਵੀ ਇਹ ਮੂਰਖ ਹੈ। ਮੂਰਖ ਹੈ ਕਿਆ ਲੱਖਣ ਹੈ, ਕਿਆ ਮੂਰਖ ਕਾ ਕਰਨਾ। ਉਹ ਕਰਦਾ ਕੀ ਹੈ, ਉਹਦੀ ਕਰਤੂਤ ਕੀ ਹੈ। ਅਗਲੀ ਪੰਕਤੀ 'ਚ ਮਹਾਰਾਜ ਕਹਿੰਦੇ ਮੂਰਖ ਉਹ ਜੇ ਮੁਗਧ ਹੈ ਹੰਕਾਰੇ ਮਰਨਾ। ਮੂਰਖ ਉਹ ਹੈ ਜਿਹੜਾ ਹੰਕਾਰ ਦੇ ਵਿੱਚ ਮੈਂ ਠੀਕ ਹਾਂ, ਬਾਕੀ ਸਾਰੇ ਗਲਤ ਨੇ। ਮੂਰਖ ਆਪਣੇ ਆਪ ਨੂੰ ਸਾਰੀ ਦੁਨੀਆ ਤੋਂ ਸਿਆਣਾ ਸਮਝਦਾ। ਸਿਆਣਾ ਬੰਦਾ ਕਦੀ ਆਪਣੇ ਆਪ ਨੂੰ ਸਿਆਣਾ ਨਹੀਂ ਸਮਝਦਾ। ਜਿਹੜਾ ਹੈ ਸਿਆਣਾ ਉਹ ਕਹਿੰਦਾ ਵੀ ਮੇਰੇ ਤੋਂ ਵੱਧ ਕੇ ਬੜੇ ਬੜੇ ਸਿਆਣੇ ਬੈਠੇ ਆ, ਮੈਨੂੰ ਕੋਈ ਪਤਾ ਨਹੀਂ। ਮੂਰਖ ਬੰਦਾ ਕਹਿੰਦਾ ਜੋ ਮੈਨੂੰ ਪਤਾ ਉਹ ਕਿਸੇ ਨੂੰ ਪਤਾ ਨਹੀਂ। ਇਹ ਫਰਕ ਹੈ ਮੂਰਖ ਵਿੱਚ ਤੇ ਸਿਆਣੇ ਵਿੱਚ। ਤੋ ਇਹ ਮਹਾਰਾਜ ਕਹਿੰਦੇ ਹੰਕਾਰੀ ਸੀਗਾ, ਇਹਨੇ ਮੂਰਖਤਾ ਕੀਤੀ ਹੈ, ਆਪਣੇ ਆਪ ਨੂੰ ਬਾਹਲਾ ਸਿਆਣਾ ਸਮਝਿਆ ਹੈ। ਹਾਂਜੀ, ਤਨਕ ਰਹਿ ਸੁਧ ਬਾਵਰ ਹੈ। ਮਹਾਰਾਜ ਕਹਿੰਦੇ ਇਹਨੂੰ ਹੁਣ ਤੁਸੀਂ ਅਰਦਾਸ ਕਰ ਰਹੇ ਹੋ, ਸਾਰੇ ਪਿੰਡ ਵਾਲੇ ਦੀ ਸਿਫਾਰਿਸ਼ ਕਰ ਰਹੇ ਹੋ, ਇਹਨੂੰ ਸੋਝੀ ਤੇ ਆ ਜਾਏਗੀ, ਠੀਕ ਹੋ ਜਾਏਗਾ। ਇਹ ਆਪਣੇ ਕੰਮਕਾਰ ਕਰਨ ਜੋਗਾ, ਖੇਤੀਬਾੜੀ ਕਰਨ ਜੋਗਾ, ਬੱਚੇ ਪਾਲਣ ਜੋਗਾ ਹੋ ਜਾਏਗਾ। ਪਰ ਕਦੀ ਕਦੀ ਸ਼ਦਾਈਆਂ ਵਾਲੀਆਂ ਗੱਲਾਂ ਕਰਿਆ ਕਰੇਗਾ, ਕਦੀ ਕਦੀ ਦੌਰਾ ਪਿਆ ਕਰੇਗਾ, ਕਦੀ ਕਦੀ ਇਹ ਕਮਲ ਘੋਟਿਆ ਕਰੇਗਾ। ਤੋ ਉਹ ਨਿਸ਼ਾਨੀ ਰਹੇਗੀ, ਯਾਦ ਰਹੇਗਾ ਇਹਨੂੰ। ਲੋਕਾਂ ਨੂੰ ਵੀ ਪਤਾ ਰਹੇਗਾ ਵੀ ਮਹਾਂਪੁਰਸ਼ਾਂ ਨਾਲ, ਗੁਰੂਆਂ ਨਾਲ ਮੱਥਾ ਲਾਉਣ ਦੀ ਕੀ ਸਜ਼ਾ ਮਿਲਦੀ ਹੈ, ਕੀ ਨਤੀਜਾ ਮਿਲਦਾ ਹੈ। ਇਸ ਕੀ ਕੁਲ ਮਹਿ ਇੱਕ ਅਸਰ ਹੈ। ਮਹਾਰਾਜ ਕਹਿੰਦੇ ਇਹਦੀ ਕੁਲ 'ਚ ਵੀ ਇੱਕ ਅੱਧਾ ਇਹੋ ਜਿਹਾ ਕਮਲਾ ਹੋਇਆ ਕਰੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਤੱਕ ਚੋਲੇ ਸਾਹਿਬ 'ਚ ਕਹਿੰਦੇ ਉਹ ਬੰਦੇ ਦੀ ਔਲਾਦ ਚੱਲਦੀ ਹੈ, ਇੱਕ ਅੱਧਾ ਬੰਦਾ ਉਹਨਾਂ ਦੇ ਵਿੱਚ ਕਮਲਾ ਹੁੰਦਾ, ਉਹ ਸ਼ਦਾਈਆਂ ਵਾਲੀਆਂ ਗੱਲਾਂ ਕਰਦਾ। ਉਹ ਫਿਰ ਕਹਿ ਦਿੰਦੇ ਵੀ ਇਹਦੇ ਕਮਲਿਆਂ ਦਾ ਟੱਬਰ ਆ। ਉਹਦੇ ਵਿੱਚ ਮਹਾਰਾਜ ਕਹਿੰਦੇ ਇਸ ਕੀ ਕੁਲ ਮੈਂ, ਅੱਗੇ ਵੀ ਆਉਣ ਵਾਲੀਆਂ ਪੀੜ੍ਹੀਆਂ 'ਚ ਵੀ ਇਹਦੀ ਕੁਲ 'ਚ ਇੱਕ ਬੰਦਾ ਇੱਦਾਂ ਦਾ ਕਮਲਾ ਹੋਇਆ ਕਰੇਗਾ। ਕਜ ਕੇ ਦੰਤ ਗੁਰੂ ਕੇ ਬੈਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਵੀ ਜੀ ਕਹਿੰਦੇ ਹਾਥੀ ਦੇ ਦੰਦ
ਬਾਹਰ ਨਿਕਲੇ ਹੋਏ ਮੁੜ ਕੇ ਅੰਦਰ ਨਹੀਂ ਜਾਂਦੇ। ਹਾਥੀ ਦੇ 2 ਦੰਦ ਨਾ ਬਾਹਰ ਨਿਕਲ ਜਾਂਦੇ ਆ, ਜਦੋਂ ਵੱਡਾ ਹੋਈ ਜਾਂਦਾ, ਬੁੱਢਾ ਹੋ ਜਾਂਦਾ, ਤੇ ਫਿਰ ਉਹ ਬਹੁਤ ਲੰਮੇ ਲੰਮੇ ਹੁੰਦੇ। ਉਹ ਹੁਣ ਹਾਥੀ ਦੇ ਜਿਹੜੇ ਦੰਦ 2 ਪਾਸੇ ਬਾਹਰ ਨਿਕਲੇ, ਅੰਦਰ ਨਹੀਂ ਪੈਂਦੇ। ਹਾਥੀ ਦੇ ਦੰਦ ਬਾਹਰ ਨਿਕਲੇ, ਅੰਦਰ ਨਹੀਂ ਪੈਂਦੇ। ਗੁਰੂ ਦੇ ਬਚਨ ਵੀ ਨਿਕਲੇ ਮੂੰਹ ਤੋਂ, ਵਾਪਸ ਅੰਦਰ ਨਹੀਂ ਪੈਂਦੇ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਗੱਜ ਕੇ ਦੰਤ ਗੁਰੂ ਕੇ ਬੈਣ। ਹਾਥੀ ਦੇ ਦੰਦ ਤੇ ਗੁਰੂਆਂ ਦੇ ਰਸਨਾਂ ਦੇ ਬੋਲ ਪੂਰੇ ਹੁੰਦੇ ਆ, ਖਾਲੀ ਨਹੀਂ ਜਾਂਦੇ। ਮੁਖ ਨਿਕਸੇ ਪਉਨ ਪ੍ਰਵਿਸ਼ਤ ਹੈ ਨਾ। ਮੂੰਹ ਤੋਂ ਨਿਕਲੇ ਹਾਥੀ ਦੇ ਦੰਦ ਤੇ ਗੁਰੂ ਦੇ ਬਚਨ ਮੂੰਹ ਤੋਂ ਨਿਕਲੇ ਹੋਏ ਮੁੜ ਕੇ ਅੰਦਰ ਨਹੀਂ ਮੂੰਹ ਦੇ ਪੈਂਦੇ। ਇਹ ਅਟਲ ਬਚਨ ਸਤਿਗੁਰੂ ਜੀ ਦਾ ਪੂਰਾ ਹੋਇਆ। ਅੱਜ ਤੱਕ ਉਹਦੇ ਪਰਿਵਾਰ ਚ ਇੱਕ ਅੱਧਾ ਕਮਲਾ ਹੁੰਦਾ। ਹਾਂਜੀ। ਬਹੁਰ ਪੰਚ ਕਰ ਜੋਰ ਬਖਾਨੀ। ਫਿਰ ਉਹ ਪਿੰਡ ਦਾ ਜਿਹੜਾ ਪੰਚ ਸੀਗਾ, ਚੌਧਰੀ, ਅੱਜ ਕੱਲ ਸਰਪੰਚ ਕਹਿ ਦਿੰਦੇ ਆਪਾਂ। ਪਹਿਲਾਂ ਪੰਚਾਇਤਾਂ ਹੁੰਦੀਆਂ ਸੀ, ਇੱਕ ਚੌਧਰੀ ਹੁੰਦਾ ਸੀ, ਬਾਕੀ ਉਹਦੇ ਨਾਲ 5-7 ਬੰਦੇ ਮੋਹਤਬਰ ਹੁੰਦੇ ਸੀ, ਨੰਬਰਦਾਰ ਵਗੈਰਾ ਕਹਿ ਲਓ। ਉਹਦਾ ਪਿੰਡ ਦਾ ਪੰਚ ਸੀ, ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਏਕ ਬਾਤ ਅਰ ਮੰਜਸ ਜਾਨੀ। ਮਹਾਰਾਜ ਜੀ, ਸੱਚੇ ਪਾਤਸ਼ਾਹ ਜੀ, ਬਾਕੀ ਸਭ ਠੀਕ ਹੈ, ਸਾਨੂੰ ਸਾਰਿਆਂ ਨੂੰ ਤੁਹਾਡੇ ਬਚਨਾਂ ਤੇ ਪੂਰਾ ਭਰੋਸਾ। ਇੱਕ ਗੱਲ ਦੀ ਚਿੰਤਾ ਹੈ, ਇੱਕ ਗੱਲ ਦੀ ਸਾਨੂੰ ਲੱਗਦਾ ਵੀ ਥੋੜੀ ਦਿੱਕਤ ਆਵੇਗੀ। ਹਾਂਜੀ। ਜਬ ਹਮ ਟਕੇ ਸ਼ਾਹੋ ਕੇ ਤਾਰੈ। ਜਦੋਂ ਟੈਕਸ ਤਾਰਨ ਜਾਵਾਂਗੇ ਪਿੰਡ ਦਾ, ਸਰਕਾਰ ਦਾ ਟੈਕਸ ਬਾਦਸ਼ਾਹ ਨੂੰ ਜਾ ਕੇ ਦਿਆਂਗੇ, ਬਾਦਸ਼ਾਹ ਪੁੱਛੇਗਾ, ਜਾਂ ਉਹਦੇ ਜਿਹੜੇ ਬਾਦਸ਼ਾਹ ਦਾ ਨਹੀਂ ਟੈਕਸ ਪੁੱਛਦਾ, ਅੱਗੋਂ ਉਹਦੇ ਬੰਦੇ ਰੱਖੇ ਹੁੰਦੇ, ਉਹਨਾਂ ਨੂੰ ਦੀਵਾਨ ਕਹਿੰਦੇ ਨੇ, ਕਾਨੂੰਗੋ ਕਹਿੰਦੇ ਨੇ, ਤਹਿਸੀਲਦਾਰ ਕਹਿੰਦੇ ਨੇ। ਉਹ ਜਿਹੜੇ ਨੰਬਰਦਾਰ ਜਾਂਦੇ ਨੇ, ਉਹ ਤਹਿਸੀਲਦਾਰਾਂ ਕੋਲ ਉੱਥੇ ਜਾ ਕੇ, ਕਾਨੂੰਗੋਆਂ ਕੋਲ, ਜਾਂ ਜਿਹੜੇ ਉਹ ਦੂਜੇ ਦੀਵਾਨ ਹੁੰਦੇ ਨੇ, ਉਹਨਾਂ ਕੋਲ ਜਮ੍ਹਾਂ ਕਰਾਉਂਦੇ ਨੇ। ਟੈਕਸ ਵਾਲਾ ਮਹਿਕਮਾ ਹੁੰਦਾ, ਉਹਨਾਂ ਕੋਲ ਪੈਸੇ ਵੀ, ਫਲਾਣੇ ਪਿੰਡ ਦਾ ਇੰਨਾ ਟੈਕਸ, ਫਲਾਣੇ ਪਿੰਡ ਦਾ ਇੰਨਾ ਟੈਕਸ, ਉਹ ਲਿਖ ਲੈਂਦੇ ਨੇ, ਸਰਕਾਰ ਦੇ ਖਜ਼ਾਨੇ ਜਮ੍ਹਾਂ ਹੋ ਜਾਂਦਾ। ਜਦੋਂ ਸਰਕਾਰ ਦਾ ਟੈਕਸ ਤਾਰਾਂਗੇ, ਤਬ ਕਿਮ ਚੋਲਾ ਨਾਮ ਉਚਾਰੈ। ਉਹ ਪੁੱਛਣਗੇ ਕਿਹੜੇ ਪਿੰਡ ਦਾ ਟੈਕਸ ਲੈ ਕੇ ਆਏ। ਮਹਾਰਾਜ ਉੱਥੇ ਤੇ ਫਿਰ ਭੈਣੀ ਦੱਸਣਾ ਪਏਗਾ ਨਾ, ਉੱਥੇ ਚੋਲਾ ਕਿਵੇਂ ਦੱਸਾਂ? ਬਾਕੀ ਅਸੀਂ ਸਾਰੇ ਚੋਲਾ ਹੀ ਕਵਾਂਗੇ, ਚੋਲਾ ਸਾਹਿਬ ਹੀ ਕਵਾਂਗੇ, ਪਰ ਕਾਗਜ਼ਾਂ ਵਿੱਚ, ਸਰਕਾਰੀ ਕਾਗਜ਼ਾਂ 'ਚ ਅਸੀਂ ਕੀ ਕਰਾਂਗੇ? ਉੱਥੇ ਸਾਨੂੰ ਦਿੱਕਤ ਆਵੇਗੀ। ਹਾਂਜੀ। ਲਿਖਿਓ ਜਹਾਂ ਕਹਿ ਭੈਣੀ ਨਾਏ। ਚੌਧਰੀ ਕਹਿਣ ਲੱਗਾ, ਗੁਰੂ ਜੀ, ਜਿੱਥੇ ਕਿੱਥੇ ਸਰਕਾਰੀ ਕਾਗਜ਼ਾਂ ਵਿੱਚ, ਵਹੀਆਂ ਖਾਤਿਆਂ ਵਿੱਚ, ਦਫ਼ਤਰਾਂ ਵਿੱਚ, ਜਿੰਨੇ ਵੀ ਸਰਕਾਰੀ ਆਫਿਸ ਹਨ, ਉਹਨਾਂ ਦੇ ਵਿੱਚ ਭੈਣੀ ਹੀ ਲਿਖਿਆ ਹੋਇਆ, ਪਿੰਡ ਦਾ ਨਾਂ। ਕੀਮਤ ਹੈ ਔਰ ਨਾਮ ਉਲਟਾਏ। ਉੱਥੇ ਦੂਜਾ ਨਾਂ ਹੁਣ ਕਿਵੇਂ ਬਦਲਾਂਗੇ? ਸਾਰੇ ਕਾਗਜ਼ ਕੌਣ ਬਦਲੇਗਾ? ਉਹ ਸਾਡੇ ਵੱਡੇ ਵਡੇਰਿਆਂ ਤੋਂ, ਦਾਦੇ ਪੜਦਾਦਿਆਂ ਤੋਂ, ਪਤਾ ਨਹੀਂ ਉਸ ਤੋਂ ਵੀ ਕਿੰਨੀਆਂ ਪੀੜ੍ਹੀਆਂ ਪਹਿਲਾਂ ਤੋਂ ਚੋਲਾ ਹੀ ਲਿਖਦੇ ਆ ਰਹੇ ਹਾਂ। ਜਦੋਂ ਕਹਿਣਗੇ ਵੀ ਤੁਸੀਂ ਕਿੱਥੋਂ, ਭੈਣੀ ਪਿੰਡ ਦਾ ਨਾਂ ਹੈ ਤੇ ਚੋਲਾ ਕਿਵੇਂ ਹੋ ਗਿਆ? ਫਿਰ ਸਾਨੂੰ ਦਿੱਕਤ ਆਏਗੀ। ਹਾਂਜੀ। ਤਹਾਂ ਬਚਨ ਕਿਮ ਕਰ ਹੈ ਸਾਚਾ। ਉੱਥੇ ਮਹਾਰਾਜ ਤੁਹਾਡੇ ਬਚਨ ਨੂੰ ਕਿਵੇਂ ਸੱਚਾ ਕਰਾਂਗੇ? ਇੱਥੇ ਤਾਂ ਅਸੀਂ ਮੰਨਾਂਗੇ ਵੀ ਚੋਲਾ ਸਾਹਿਬ ਹੈ, ਚੋਲਾ ਸਾਹਿਬ ਹੀ ਕਵਾਂਗੇ, ਪਰ ਕਾਗਜ਼ਾਂ ਵਿੱਚ ਕੀ ਕਰਾਂਗੇ? ਉੱਥੇ ਤਾਂ ਭੈਣੀ ਲਿਖਿਆ ਹੋਇਆ। ਹਾਂਜੀ। ਸ਼੍ਰੀ ਅਰਜਨ ਤਵ ਸੁਨਤ ਉਬਾਚਾ। ਨੰਬਰਦਾਰ ਦੀ, ਚੌਧਰੀ ਦੀ ਗੱਲ ਸੁਣ ਕੇ, ਪੰਚਾਇਤ ਦੀ ਬੇਨਤੀ ਸੁਣ ਕੇ, ਮਹਾਰਾਜ ਪੰਜਵੇਂ ਪਾਤਸ਼ਾਹ ਜੀ ਬੋਲੇ, ਤਹ ਪੀ ਚੋਲਾ ਨਾਮ ਉਚਾਰੋ। ਮਹਾਰਾਜ ਕਹਿੰਦੇ ਉੱਥੇ ਵੀ ਚੋਲਾ ਸਾਹਿਬ ਹੀ ਕਿਹਾ ਜੇ। ਆਖੋ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਗੁਰਸਿੱਖੀ ਸਿਦਕ ਦੀ ਹੈ, ਵਿਸ਼ਵਾਸ ਦੀ ਹੈ, ਸਿਆਣਪਾਂ ਚਤਰਾਈਆਂ ਨਹੀਂ ਕੰਮ ਆਉਂਦੀਆਂ। ਅੱਜ ਕੱਲ੍ਹ ਦੇ ਨੂੰ ਇਹ ਗੱਲ ਹਜਮ ਹੀ ਨਹੀਂ ਹੋਣੀ। ਇੱਦਾਂ ਕਿਵੇਂ ਹੋ ਸਕਦਾ? ਉਹ ਕਹਿਣਗੇ ਮਹਾਰਾਜ ਨਾ, ਇੱਥੇ ਸਰਕਾਰ ਤੋਂ ਤਾਂ ਡਰ ਲੱਗਦਾ, ਉੱਥੇ ਤਾਂ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਪੈਣਾ। ਪਰ ਸਤਿਗੁਰੂ ਦੇ ਅੱਗੇ ਕਾਨੂੰਨ ਵੀ ਕੁਛ ਨਹੀਂ ਗਾ। ਕਾਨੂੰਨ ਸਾਡੀ ਦੁਨਿਆਵੀ ਖੇਡ ਹੈ, ਉਹ ਅਕਾਲ ਪੁਰਖ ਦੀ ਅਗੰਮੀ, ਉਹ ਕਾਨੂੰਨ ਵੱਡਾ ਕਾਨੂੰਨ ਹੈ, ਦਰਗਾਹੀ ਕਾਨੂੰਨ ਹੈ। ਪਾਤਸ਼ਾਹ ਕਹਿੰਦੇ ਉੱਥੇ ਵੀ ਚੋਲਾ ਹੀ ਕਿਹਾ ਜੇ ਜਾ ਕੇ ਤੁਸੀਂ। ਲਿਖਿਓ ਜਾਏਗੋ ਸ਼ੰਕ ਨਾ ਧਾਰੋ। ਤੁਸੀਂ ਫਿਕਰ ਨਾ ਕਰੋ, ਤੁਸੀਂ ਚੋਲਾ ਸਾਹਿਬ ਹੀ ਕਹਿਣਾ, ਬਾਕੀ ਕਾਗਜ਼ ਸਭ ਠੀਕ ਹੋ ਜਾਣਗੇ। ਸ਼ੰਕਾ ਨਾ ਕਰਿਆ ਜੇ, ਚੋਲਾ ਹੀ ਹੋਵੇਗਾ ਕਾਗਜ਼ਾਂ 'ਚ ਵੀ।
ਹਾਂਜੀ, ਪ੍ਰਥਮ ਤੁਮ ਹੋ ਤੇ ਦਫਤਰ ਮਾਹੇ। ਤੁਹਾਡੇ ਜਾਣ ਤੋਂ ਪਹਿਲਾਂ ਹੀ ਸਰਕਾਰੀ ਦਫ਼ਤਰਾਂ ਵਿੱਚ ਜਿੰਨੇ ਸਰਕਾਰੀ ਕਾਗਜ਼ ਹਨ, ਵਹੀਆਂ ਖਾਤੇ ਹਨ, ਭੈਣੀ ਨਾਮ ਸਕਲ ਮਿਟ ਜਾਹੇ। ਭੈਣੀ ਨਾਮ ਮਿਟ ਜਾਏਗਾ ਤੇ ਚੋਲਾ ਸਾਹਿਬ ਲਿਖਿਆ ਹੋਵੇਗਾ। ਹਾਂਜੀ, ਇਹੀ ਨਾਮ ਜਾਣਾਂਗੇ ਸਾਰੇ। ਸਾਰੇ ਇਸੇ ਨਾਮ ਨੂੰ ਜਾਣਨਗੇ। ਜਦੋਂ ਕਾਗਜ਼ ਖੋਲਣਗੇ ਵਿੱਚੋਂ ਚੋਲਾ ਹੀ ਨਿਕਲੇਗਾ। ਸੁਨ ਸਭ ਨੇ ਨਿਸ਼ਚੈ ਔਰ ਤਾਰੇ। ਉਹ ਸਾਰੇ ਲੋਕ ਨਾ ਭਗਤੀ ਭਾਵਨਾ ਵਾਲੇ ਸੀ, ਨਿਸ਼ਚੇ ਤੇ ਵਿਸ਼ਵਾਸ ਵਾਲੇ ਸੀ। ਉਹਨਾਂ ਨੇ ਮਹਾਰਾਜ ਦੇ ਬਚਨ ਤੇ ਭਰੋਸਾ ਕਰ ਲਿਆ। ਹਾਂਜੀ, ਪੁਨ ਪਾਵਰ ਹਿਤ ਬਿਨੈ ਬਖਾਨੀ। ਉਹ ਜਿਹੜਾ ਕਮਲਾ ਹੋਇਆ ਸੀ, ਪਾਗਲ ਹੋਇਆ ਸੀ, ਕੱਪੜੇ ਪਾੜ ਰਿਹਾ ਸੀ, ਉਹਦੇ ਵਾਸਤੇ ਫਿਰ ਬੇਨਤੀ ਕੀਤੀ ਸੁਨ ਕਰ ਸਤਿਗੁਰ ਬੋਲੇ ਬਾਨੀ। ਤੇ ਮਹਾਰਾਜ ਸੰਗਤ ਦੀ ਦੁਬਾਰਾ ਬੇਨਤੀ ਸੁਣ ਕੇ ਬੋਲੇ। ਕਬ ਬਾਬਰ ਹੋਵੇ ਕਬ ਸੁਧ ਆਵੇ। ਮਹਾਰਾਜ ਕਹਿੰਦੇ ਕਦੀ ਕਦੀ ਠੀਕ ਹੋ ਜਾ ਕਰੇਗਾ ਤੇ ਕਦੀ ਕਦੀ ਇਹ ਬੌਲਾ ਹੋਇਆ ਕਰੇਗਾ, ਝੱਲਾ ਹੋਇਆ ਕਰੇਗਾ। ਇਸ ਕੀ ਕੁਲ ਮਹਿ ਅਸ ਜਨਮ ਆਵੇ। ਇਹਦੀ ਕੁਲ 'ਚ ਵੀ ਜਿਹੜੇ ਜਨਮ ਲੈਣਗੇ, ਗਾਂ ਪੋਤੇ ਪੜੋਤੇ, ਗਾਂ ਦੀ ਗਾਂ ਪੀੜ੍ਹੀਆਂ 'ਚ ਇੱਕ ਅੱਧਾ ਕਮਲਾ ਜੰਮਿਆ ਕਰੇਗਾ। ਅਬ ਲਗਤ ਇਸ ਕੀ ਸੰਤਤ ਮਾਹੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਤੱਕ ਉਹਨਾਂ ਦੀ ਕੁਲ ਦੇ ਵਿੱਚ ਬਾਬਰ ਕਬ ਹੋਏ ਕਬ ਸੁਧ ਪਾਹੇ। ਕਦੀ ਕਦੀ ਕੋਈ ਬੌਲੇ ਹੋ ਜਾਂਦੇ ਨੇ, ਕਦੀ ਕਦੀ ਠੀਕ ਹੋ ਜਾਂਦੇ ਨੇ। ਉਹੀ ਕੰਮ ਚੱਲਿਆ ਹੁੰਦਾ ਹੈ। ਹਾਂਜੀ, ਬਿਦਤ ਹੈ ਤਿਸ ਗ੍ਰਾਮ ਮਝਾਰੇ। ਉਸ ਪਿੰਡ 'ਚ ਗੱਲ ਪ੍ਰਸਿੱਧ ਹੈ ਵੀ ਕਮਲਿਆਂ ਦਾ ਟੱਬਰ ਹੈ। ਹਾਂਜੀ, ਪੁਨ ਰਾਹਕ ਇੱਕ ਵਾਰ ਉਚਾਰੇ। ਫਿਰ ਸਾਰੇ ਜ਼ਿਮੀਂਦਾਰਾਂ ਨੇ ਬੇਨਤੀ ਕੀਤੀ। ਬੂਹ ਗੋਦ ਕੇ ਰਾਹਕ ਭਾਰੀ। ਸਾਧ ਸੰਗਤ ਜੀ, ਉਹਨਾਂ 'ਚ ਇੱਕ ਬੂ ਗੋਤ ਸੀਗਾ ਜੱਟਾਂ ਦਾ। ਬੂ ਗੋਤ ਦੇ ਜੱਟ ਸਨ। ਨਹੀਂ ਚਰਨ ਦੇ ਧੇਨ ਹਮਾਰੀ। ਪਿੰਡ ਵਾਲਿਆਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜੇ ਬੂ ਗੋਲਤ ਵਾਲੇ ਨੇ ਨਾ, ਉਹ ਬੜੇ ਡਾਢੇ ਨੇ। ਉਹ ਸਾਡੀਆਂ ਗਊਆਂ ਨਹੀਂ ਚਰਨ ਦਿੰਦੇ ਗਊ ਚਰਾਨ ਦੇ ਵਿੱਚ। ਪਿੰਡਾਂ ਦੇ ਵਿੱਚ ਇੱਕ ਜਗ੍ਹਾ ਛੱਡੀ ਹੁੰਦੀ, ਉਹਨੂੰ ਗਊ ਚਰਾਂਦ ਕਹਿੰਦੇ ਨੇ। ਸ਼ਾਮਲਾਟ ਜ਼ਮੀਨ ਹੁੰਦੀ, ਇਕੱਠੀ ਹੁੰਦੀ ਹੈ। ਉਹ ਜਿਹੜੇ ਗਰੀਬ ਲੋਕ ਸਾਰੇ ਮਾਲ ਡੰਗਰ ਉੱਥੇ ਲੈ ਜਾਂਦੇ ਨੇ। ਗਊਆਂ ਘੰਟਾ 2 ਘੰਟੇ ਦੁਪਹਿਰ ਨੂੰ ਚਰ ਕੇ ਆ ਜਾਂਦੀਆਂ ਨੇ। ਪਰ ਜਿਹੜੇ ਬੂਹ ਗੋਤ ਵਾਲੇ ਨੇ, ਉਹ ਬੂਹ ਵਾਲੇ ਬੜੇ ਡਾਢੇ ਨੇ। ਉਹ ਡਾਂਗ ਮਾਰ ਕੇ ਭਜਾ ਦਿੰਦੇ ਨੇ। ਸਾਡੀਆਂ ਗਊਆਂ ਚਰਨ ਨਹੀਂ ਦਿੰਦੇ। ਜੇ ਚੱਲ ਜਾਤ ਤਿਨੋ ਕੀ ਓਰ। ਜੇ ਕਿਤੇ ਸਾਡੀ ਗਊ ਕੋਈ ਭੁੱਲ ਭੁਲੇਖੇ ਉਧਰ ਚਲੀ ਜਾਵੇ, ਮਾਰ ਹਟਾਏ ਧਰਹਿ ਬਹੁ ਸ਼ੋਰ। ਉਹ ਰੌਲਾ ਪਾ ਲੈਂਦੇ ਨੇ, ਡਾਂਗੋ ਡਾਂਗੀ ਹੋ ਜਾਂਦੇ ਨੇ, ਮਾਰਨ ਲੱਗ ਜਾਂਦੇ ਨੇ। ਡੰਗਰਾਂ ਨੂੰ ਮਾਰਦੇ ਨੇ। ਜੇ ਕੋਈ ਡੰਗਰ ਲੈ ਕੇ ਸਾਡਾ ਮੁੰਡਾ, ਕੋਈ ਨੌਜਵਾਨ, ਕੋਈ ਬਾਲਦੀ ਉਧਰ ਗਿਆ ਹੋਵੇ, ਉਹਨੂੰ ਕੁੱਟ ਦਿੰਦੇ ਨੇ। ਸੁਨ ਗੁਰ ਬੋਲੇ ਸਹਿਜ ਸੁਭਾਏ। ਸੁਣ ਕੇ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਬੋਲੇ। ਸਗਰੇ ਬੂਹ ਜੂਹ ਹੋਏ ਜਾਏ। ਮਹਾਰਾਜ ਕਹਿੰਦੇ ਸਗਲੇ ਬੂ ਜੂ ਹੋਏ ਜਾ। ਸਾਰੇ ਬੂ ਜਿਹੜੇ ਨੇ ਉਹ ਖਤਮ ਹੋ ਜਾਣਗੇ ਇੱਥੋਂ। ਸੁਖ ਕੇ ਸਹਿਤ ਧੇਨ ਸਭ ਚਾਰੋ। ਤੁਸੀਂ ਆਰਾਮ ਦੇ ਨਾਲ ਚੱਲ ਰਹੇ ਜੇ ਆਪਣੀਆਂ ਗਊਆਂ, ਇਹ ਸਾਰੇ ਜੂ ਛੱਡ ਜਾਣਗੇ। ਇਹ ਬੋਲ ਚੋਲਾ ਓਲਾ ਗੁਰ ਭਾਰੋ। ਇਹ ਚੋਲੇ ਨੂੰ ਗੁਰੂ ਦਾ ਓਲਾ, ਚੋਲੇ ਨੂੰ ਗੁਰੂ ਦਾ ਆਸਰਾ ਹੈ। ਏਮ ਗੁਰ ਕਹਿਓ ਬੂਹਪੁਰ ਮਹਾ। ਇਹ ਤਾਂ ਮਹਾਰਾਜ ਸਾਹਿਬ ਜੀ ਨੇ ਜੋ ਬਚਨ ਕੀਤਾ, ਸਾਧ ਸੰਗਤ ਜੀ, ਉਜਰ ਗਏ ਚਾਰ ਹੈ ਗੋ ਤਹਾ। ਕਹਿੰਦੇ ਬੂਹ ਉਜੜ ਗਏ ਤੇ ਚੋਲੇ ਵਾਲੇ ਉੱਥੇ ਗਊਆਂ ਚਾਰਦੇ ਨੇ। ਇਸ ਪ੍ਰਕਾਰ ਥਿਰ ਕੇ ਤਕ ਕਾਲਾ। ਇਸ ਤਰ੍ਹਾਂ ਗੁਰੂ ਜੀ ਕੁਝ ਸਮਾਂ ਚੋਲੇ ਪਿੰਡ 'ਚ ਰਹੇ ਹਨ। ਭਇਓ ਤਿਹਾਰ ਅਬ ਅਸਨ ਰਸਾਲਾ। ਤੇ ਫਿਰ ਲੰਗਰ ਤਿਆਰ ਹੋ ਗਿਆ। ਗੁਰੂ ਜੀ ਨੇ ਛਕਿਆ, ਸੰਗਤਾਂ ਨੇ ਵੀ ਛਕਿਆ। ਮਨ ਭਾਵਤ ਅਜ ਕੈ ਸੁਖ ਪਾਏ। ਮਨ ਭਾਉਂਦਾ ਲੰਗਰ ਛਕ ਕੇ ਸੁਖ ਪਾਇਆ। ਨਿਜ ਬਿਸਰਾਮ ਕਰੇ ਇਸ ਥਾਏ। ਪੰਜਵੇਂ ਪਾਤਸ਼ਾਹ ਇੱਥੇ ਰਹੇ ਸਨ। ਕੇਤਕ ਦਿਨ ਬਸ ਗੁਰੂ ਗੁਜਾਰੇ। ਗੁਰੂ ਸਾਹਿਬ ਇੱਥੇ ਕਾਫੀ ਸਮਾਂ ਗੁਜ਼ਾਰਿਆ ਧੰਨ ਗੁਰੂ ਅਰਜਨ ਦੇਵ ਜੀ ਨੇ। ਤੇਨ ਟਕੇ ਦਿੱਲੀ ਕਹੋ ਤਿਆਰੇ। ਫਿਰ ਸਾਧ ਸੰਗਤ ਜੀ ਜਿਹੜੇ ਉਹ ਲਾਹੌਰ ਵਾਲੇ ਸੀ, ਜਿਹੜੇ ਉਹ ਪਿੰਡ ਵਾਲੇ ਸੀ ਨਾ ਨੰਬਰਦਾਰ, ਉਹ ਦਿੱਲੀ ਟੈਕਸ ਤਾਰਨ ਜਾਂਦੇ ਸਨ। ਸਤਿਗੁਰ ਤੇ ਆਇਸ ਤਬ ਜਾਚੀ। ਗੁਰੂ ਕੋਲੋਂ ਆਗਿਆ ਮੰਗੀ ਵੀ ਮਹਾਰਾਜ ਟੈਕਸ ਤਾਰ ਆਈਏ ਜਾ ਕਿਸ ਪਿੰਡ ਦਾ। ਦਿਲ ਕਰ ਬੇ ਕਹੋ ਗਿਰਾ ਉਬਾਚੀ। ਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਹੁਣ ਜਾ ਕੇ ਟੈਕਸ ਤਾਰਨਾ, ਹੁਣ ਦੱਸੋ ਕੀ ਦਸੀਏ ਉੱਥੇ। ਹਾਂਜੀ, ਚੋਲਾ ਨਾਮ ਨਿਸ਼ੰਕ ਬਖਾਨੋ। ਮਹਾਰਾਜ ਕਹਿੰਦੇ ਚੋਲਾ ਹੀ ਕਿਹਾ ਜੀ।
ਚੋਲਾ ਸਾਹਿਬ ਦਾ ਟੈਕਸ ਲੈ ਕੇ ਆਏ, ਇਦਾਂ ਕਿਹਾ ਜੇ ਤੁਸੀਂ, ਡਰਿਆ ਜੇ ਨਾ ਬਿਲਕੁਲ। ਹਾਂਜੀ, ਸੁਖ ਸੋ ਆਵਹੁ ਅਭੈ ਪਿਆਨੋ। ਸੁੱਖ ਨਾਲ ਆਓ ਤੇ ਲਿਖਵਾਓ, ਜਾ ਕੇ ਚੋਲੇ ਦਾ ਟੈਕਸ ਜਮ੍ਹਾਂ ਕਰਾ ਕੇ ਆਓ। ਕਰ ਬੰਧਨ ਕੋ ਮਾਰਗ ਗਏ। ਨੰਬਰਦਾਰ ਮੱਥਾ ਟੇਕ ਕੇ ਟੈਕਸ ਲੈ ਕੇ ਚਲੇ ਗਏ ਦਿੱਲੀ ਵਿਖੇ ਪ੍ਰਵੇਸ਼ਤ ਭਏ। ਔਰ ਦਿੱਲੀ ਜਾ ਕੇ ਬਾਦਸ਼ਾਹ ਕੋਲ ਪਹੁੰਚ ਗਏ ਟੈਕਸ ਤਾਰਨ ਲਈ। ਮਿਲੇ ਦੀਵਾਨ ਸੰਗ ਤਹ ਜਾਏ। ਜਿਹੜੇ ਉੱਥੇ ਦੀਵਾਨ ਹੁੰਦੇ ਅੱਗੇ ਬਾਦਸ਼ਾਹ ਦੇ ਰੱਖੇ ਟੈਕਸ ਲੈਣ ਵਾਲੇ, ਉਹਨਾਂ ਨੂੰ ਮਿਲੇ ਹਨ ਜਾ ਕੇ। ਕਹਿਓ ਟਕੇ ਚੋਲੇ ਕੋ ਲਿਆਏ। ਜਾ ਕੇ ਰਾਮ ਰਾਮ ਆਖੀ, ਸਲਾਮ ਕੀਤੀ। ਉਹਨਾਂ ਨੇ ਆਖਿਆ ਵੀ ਕਿਹੜੇ ਪਿੰਡ ਤੋਂ ਟੈਕਸ ਲਿਆਇਓ? ਵੀ ਨੰਬਰਦਾਰੋ, ਕਹਿੰਦੇ ਜੀ ਚੋਲੇ ਪਿੰਡ ਦਾ ਟੈਕਸ ਲੈ ਕੇ ਆਏ ਆ। ਸੁਨਤ ਦੀਵਾਨ ਦਫ਼ਤਰੀ ਭਨਿਓ। ਉਹ ਜਿਹੜੇ ਦਫ਼ਤਰ ਦੇ ਬੰਦੇ ਸੀ, ਦੀਵਾਨ ਦੇ ਮੁਨਸ਼ੀ ਵਗੈਰਾ, ਉਹ ਕਹਿਣ ਲੱਗੇ ਚੋਲਾ ਗ੍ਰਾਮ ਨ ਅਵਲੋ ਸੁਨਿਓ। ਵੀ ਚੋਲਾ ਪਿੰਡ ਤੇ ਅਸੀਂ ਸੁਣਿਆ ਹੀ ਕੋਈ ਨਹੀਂ, ਅਸੀਂ ਨਹੀਂ ਕੋਈ ਨਵਾਂ ਪਿੰਡ ਭਾਵੇਂ ਵਸਿਆ ਹੋਵੇ, ਪਹਿਲਾਂ ਤੇ ਸਾਰਾ ਚੋਲਾ ਤੇ ਕਿਤੇ ਪੜਿਆ ਨਹੀਂ, ਕੋਈ ਸੁਣਿਆ ਨਹੀਂ ਅਸੀਂ। ਹਾਂਜੀ, ਪਸਿਓ ਨਯੋ ਕੋ ਦੇਹ ਸੁਨਾਏ। ਕੋਈ ਨਵਾਂ ਪਿੰਡ ਵਸਿਆ ਤੇ ਦੱਸੋ, ਪਰ ਪਹਿਲਾਂ ਤੇ ਚੋਲਾ ਕੋਈ ਹੈ ਨਹੀਂ ਸੀ। ਸੋ ਨਾਵਾ ਅਬ ਲੇਹ ਚੜਾਏ। ਜੇ ਕੋਈ ਨਵਾਂ ਪਿੰਡ ਵਸਿਆ ਤੇ ਉਹਦਾ ਨਾਂ ਚੜਾ ਲਾਂਗੇ, ਉਹਦਾ ਟੈਕਸ ਲੈ ਲਾਂਗੇ, ਪਰ ਪਹਿਲਾਂ ਤਾਂ ਚੋਲਾ ਕੋਈ ਹੈ ਨਹੀਂ, ਖਾਤਾ ਹੀ ਕੋਈ ਨਹੀਂ ਚੋਲੇ ਦਾ। ਭੈਣੀ ਗ੍ਰਾਮ ਪੰਚ ਤੂੰ ਅਹੈ। ਨਾਲੇ ਉਸ ਦੀਵਾਨ ਨੇ ਪਛਾਣ ਲਿਆ ਵੀ ਤੂੰ ਹਰ ਸਾਲ ਆਉਣਾ ਹੈ, ਤੂੰ ਤੇ ਭੈਣੀ ਪਿੰਡ ਦਾ ਟੈਕਸ ਲੈ ਕੇ ਆਉਣਾ ਨੰਬਰਦਾਰਾ, ਤੂੰ ਤੇ ਭੈਣੀ ਪਿੰਡ ਦਾ ਨੰਬਰਦਾਰ ਹੈ। ਸੁਨ ਸਭਨ ਮੈਂ ਰਾਹਕ ਕਹੈ। ਇਹ ਸੁਣ ਕੇ ਉਹ ਨੰਬਰਦਾਰ ਜ਼ਿਮੀਦਾਰ ਬੋਲਿਆ, ਕਿਉ ਤੁਮ ਨਾਮ ਸੋ ਅਪਰ ਉਚਾਰੋ। ਉਹ ਕਹਿਣ ਲੱਗਾ, ਨਹੀਂ ਜੀ ਸਾਡਾ ਪਿੰਡ ਚੋਲਾ ਹੀ ਹੈ, ਤੁਸੀਂ ਭੈਣੀ ਨਾ ਆਖੋ। ਦਫ਼ਤਰ ਆਪਣੋ ਲਿਖਿਓ ਬਿਹਾਰੋ। ਆਪਣੇ ਕਾਗਜ਼ ਵੇਖ ਲਓ, ਆਪਣੀਆਂ ਵਹੀਆਂ ਫਰੋਲ ਲਓ, ਅਸੀਂ ਚੋਲੇ ਦੇ ਨੰਬਰਦਾਰ ਹਾਂ ਜੀ, ਉੱਥੋਂ ਦਾ ਟੈਕਸ ਲੈ ਕੇ ਆਏ ਹਾਂ ਅਸੀਂ। ਸੁਣ ਦੀਵਾਨ ਮਨ ਸੰਸਾ ਭਇਓ। ਸੁਣ ਕੇ ਦੀਵਾਨ ਦੇ ਮਨ 'ਚ ਸੰਸਾ ਪੈ ਗਿਆ, ਹੈ ਇਹ ਕਿਵੇਂ? ਵੀ ਅਸੀਂ ਤਾਂ ਇਹਨਾਂ ਨੂੰ ਜਾਣਦੇ ਹਾਂ, ਅੱਗੇ ਹਰ ਸਾਲ ਆਉਂਦੇ ਨੇ ਟੈਕਸ ਤਾਰਨ, ਭੈਣੀ ਪਿੰਡ ਦਾ ਟੈਕਸ ਤਾਰਦੇ ਨੇ, ਇਹ ਚੋਲੇ ਦਾ ਕਿਵੇਂ ਹੋ ਗਿਆ? ਚੋਲਾ ਦਾ ਪਿੰਡ ਹੀ ਕੋਈ ਨਹੀਂ ਸੀ ਸੁਣਿਆ। ਹਾਂਜੀ, ਦਫ਼ਤਰ ਖੋਲ ਸੋ ਦੇਖਤ ਭਇਓ। ਫਿਰ ਉਸ ਦੀਵਾਨ ਨੇ ਆਪਣਾ ਦਫ਼ਤਰ ਖੋਲਿਆ, ਕਾਗਜ਼ ਜਿਹੜੇ ਸਨ ਨਾ ਖਾਤੇ, ਉਹ ਵੇਖਣ ਲੱਗਾ, ਫਰੋਲਣ ਲੱਗਾ ਕਾਗਜ਼ਾਂ ਨੂੰ, ਵਹੀਆਂ ਖਾਤਿਆਂ ਨੂੰ। ਚੋਲਾ ਲਿਖਿਓ ਸ ਬੀਚ ਨਿਹਾਰਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਵਹੀ ਖੋਲੀ ਵਿੱਚ ਚੋਲਾ ਸਾਹਿਬ ਲਿਖਿਆ ਹੋਇਆ, ਇਸ ਸਾਲ ਦਾ, ਪਿਛਲੇ ਸਾਲ ਦਾ, ਉਸ ਤੋਂ ਪਿਛਲੇ ਸਾਲ ਦਾ, ਉਸ ਤੋਂ ਪਿਛਲੇ ਸਾਲ ਦਾ। ਉਹ ਜਿਉਂ-ਜਿਉਂ ਫਰੋਲੀ ਜਾਂਦਾ, ਸਾਰੇ ਕਾਗਜ਼ ਕੱਢ ਕੇ ਵਹੀਆਂ ਖਾਤੇ, ਉਹ ਸਾਰਿਆਂ 'ਚ ਚੋਲਾ ਸਾਹਿਬ ਹੀ ਨਿਕਲਦਾ, ਭੈਣੀ ਕਿਤੇ ਲਿਖਿਆ ਹੀ ਕੋਈ ਨਹੀਂ। ਦੇਖਤ ਮਨ ਮੈਂ ਅਚਰਜ ਧਾਰਾ। ਮਨ 'ਚ ਬੜਾ ਹੈਰਾਨ ਪਰੇਸ਼ਾਨ ਹੋ ਰਿਹਾ ਦੀਵਾਨ, ਵੀ ਹੈ ਇਹ ਕੀ ਗੱਲ? ਮੈਂ ਤਾਂ ਜਦੋਂ ਦਾ ਇੰਨੇ ਸਾਲ ਹੋ ਗਏ ਇੱਥੇ ਨੌਕਰੀ ਕਰਦਿਆਂ ਨੂੰ, ਮੈਂ ਚੋਲਾ ਪਿੰਡ ਨਹੀਂ ਸੁਣਿਆ, ਕੋਈ ਕਦੀ ਚੋਲੇ ਪਿੰਡ ਦਾ ਟੈਕਸ ਨਹੀਂ ਲਿਆ। ਇਹ ਬੰਦੇ ਭੈਣੀ ਪਿੰਡ ਦੇ ਨੇ, ਅੱਗੇ ਵੀ ਆਉਂਦੇ ਨੇ, ਹਰ ਸਾਲ ਟੈਕਸ ਤਾਰਦੇ ਨੇ, ਇਹ ਮੈਂ ਨਵਾਂ ਹੀ ਦਾ ਸੁਣ ਰਿਹਾ ਇਹਨਾਂ ਕੋਲੋਂ। ਹਾਂਜੀ, ਜਹਾਂਗੀਰ ਟਿਕ ਗਇਓ ਦੀਵਾਨ। ਉਹ ਜਿਹੜਾ ਦੀਵਾਨ ਸੀ ਨਾ, ਫਿਰ ਬਾਦਸ਼ਾਹ ਕੋਲ ਚਲਾ ਗਿਆ, ਬਾਦਸ਼ਾਹ ਨੂੰ ਜਾ ਕੇ ਮਿਲਿਆ। ਅਚਰਜ ਪਾਇਓ ਕਰਤ ਬਖਾਨ। ਬਾਦਸ਼ਾਹ ਸਲਾਮਤ, ਬੜੀ ਸਮੱਸਿਆ ਬਣੀ ਹੈ, ਬੜੀ ਹੈਰਾਨੀ ਹੋ ਰਹੀ ਹੈ, ਮੈਂ ਤੁਹਾਨੂੰ ਕੀ ਦੱਸਾਂ, ਮੇਰੇ ਸਾਹਮਣੇ ਇੱਕ ਨਵਾਂ ਹੀ ਮਸਲਾ ਖੜ ਗਿਆ ਹੈ। ਰਾਹਕ ਭੈਣੀ ਕੋ ਨਿਤ ਆਵੈ। ਮੈਂ ਜਾਣਦਾ ਹਰ ਸਾਲ ਆਉਂਦੇ ਨੇ ਬੰਦੇ, ਜ਼ਿਮੀਂਦਾਰ ਟੈਕਸ ਤਾਰਨ ਆਉਂਦੇ ਨੇ, ਭੈਣੀ ਪਿੰਡ ਦੇ ਨੇ, ਭੈਣੀ ਪਿੰਡ ਸਰਾਲੀ ਦੇ ਲਾਗੇ ਹੈ, ਉੱਥੋਂ ਆਉਂਦੇ ਨੇ ਟੈਕਸ ਤਾਰਨ ਵਾਸਤੇ। ਅਬ ਚੋਲਾ ਤੇ ਨਾਮ ਸੁਣਾਵੈ। ਐਤਕੀ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ, ਉਹ ਕਹਿੰਦੇ ਸੀ ਚੋਲੇ ਸਾਹਿਬ ਦਾ ਟੈਕਸ ਲੈ ਕੇ ਆਏ ਆ, ਚੋਲਾ ਪਿੰਡ ਦਾ ਟੈਕਸ ਲੈ ਕੇ ਆਏ ਆ। ਕਹਾ ਕਿ ਦਫ਼ਤਰ ਲਿਖਿਓ ਨਿਕਾਰੋ। ਤੇ ਅਸੀਂ ਉਹਨਾਂ ਨੂੰ ਆਖਿਆ ਵੀ ਤੁਸੀਂ ਭੈਣੀ ਦਾ ਲੈਂਦੇ ਟੈਕਸ ਦਿੰਦੇ ਹੋ, ਉਹ ਕਹਿੰਦੇ ਨਹੀਂ ਚੋਲੇ ਦਾ ਦਿੰਦੇ। ਉਹ ਕਹਿੰਦੇ ਦਫ਼ਤਰ ਖੋਲੋ, ਅਸੀਂ ਦਫ਼ਤਰ ਖੋਲਿਆ ਹੈ। ਕਬ ਹੂੰ ਕਾਨ ਨਾ ਸੁਨਿਓ ਵਿਚਾਰੋ। ਕਿਉਂਕਿ ਅਸੀਂ ਤਾਂ ਚੋਲਾ ਸੁਣਿਆ ਹੀ ਨਹੀਂ ਸੀ, ਕਦੀ ਵੇਖਿਆ ਵੀ ਨਹੀਂ ਸੀ, ਸੁਣਿਆ ਵੀ ਨਹੀਂ ਸੀ, ਕਿਤੇ ਲਿਖਿਆ ਪੜਿਆ। ਸ਼ਾਹ ਕਹੈ ਹਮ ਸੁਨਿਓ ਨਾ ਸ਼ਰੋਨ। ਬਾਦਸ਼ਾਹ ਵੀ ਕਹਿਣ ਲੱਗਾ ਵੀ ਮੈਂ ਵੀ ਚੋਲਾ ਪਿੰਡ ਕੋਈ ਨਹੀਂ ਸੁਣਿਆ,
ਮੈਨੂੰ ਹਜ਼ਾਰਾਂ ਪਿੰਡਾਂ ਦਾ ਪਤਾ ਹੈ, ਪਰ ਚੋਲਾ ਨਹੀਂ ਮੈਂ ਸੁਣਿਆ ਕੋਈ। ਹਾਂਜੀ, ਖੋਜੋ ਲਿਖਿਓ ਹੋਏ ਜੇ ਕੌਣ, ਲੱਭੋ ਪਤਾ ਕਰੋ ਜੇ ਕੋਈ ਹੈ ਇਹੋ ਜਿਹਾ ਪਿੰਡ। ਹਾਂਜੀ, ਦਫ਼ਤਰ ਕਈ ਹਜ਼ਾਰ ਨਿਹਾਰਿਓ। ਹਾਂ, ਉਹ ਦੀਵਾਨ ਕਹਿਣ ਲੱਗਾ ਜੀ ਮੈਂ ਸਾਰੀਆਂ ਕਾਪੀਆਂ ਜਿਹੜੀਆਂ ਲਿਖੀਆਂ ਹੋਈਆਂ ਵਹੀਆਂ ਖਾਤੇ ਸਾਰੇ ਰਜਿਸਟਰ ਫਰੋਲ ਲਏ ਨੇ, ਮੈਂ ਕੋਈ ਕਸਰ ਨਹੀਂ ਛੱਡੀ। 150 ਸਾਲ ਪਿਛਲਾ ਰਿਕਾਰਡ ਵੀ ਲੱਭਿਆ ਹੈ, ਕਿਤੇ ਵੀ ਹੁਣ ਭੈਣੀ ਨਹੀਂ, ਜਿੱਥੇ ਅਸੀਂ ਭੈਣੀ ਲਿਖਦੇ ਸੀ ਸਭ ਥਾਂ ਤੇ ਚੋਲਾ ਸਾਹਿਬ ਚੋਲਾ ਸਾਹਿਬ ਚੋਲਾ ਸਾਹਿਬ ਹੀ ਮਿਲਦਾ ਹੈ। ਸਭ ਮੈਂ ਚੋਲਾ ਲਿਖਿਓ ਵਿਚਾਰਿਓ। ਸਭ ਥਾਂ ਤੇ ਚੋਲਾ ਸਾਹਿਬ ਹੀ ਲਿਖਿਆ ਹੋਇਆ। ਅਸੀਂ ਤਾਂ ਹੈਰਾਨ ਆ ਵੀ ਬਣ ਕੀ ਗਿਆ ਹੈ। ਹਾਂਜੀ, ਨਿਕਟ ਨਿਕਟ ਗ੍ਰਾਮਨ ਕੇ ਮਾਹੀ। ਨੇੜੇ ਨੇੜੇ ਪਿੰਡਾਂ ਦਾ ਵੀ ਅਸੀਂ ਹਿਸਾਬ ਪਤਾ ਕੀਤਾ, ਉਸ ਇਲਾਕੇ 'ਚ ਮਾਝੇ 'ਚ ਚੋਲਾ ਕੋਈ ਨਹੀਂ ਹੈ। ਹੋਰ ਵੀ ਹਿੰਦੁਸਤਾਨ 'ਚ ਕਿਤੇ ਚੋਲਾ ਸਾਹਿਬ ਹੈ ਹੀ ਨਹੀਂ। ਪਿਖ ਚੋਲਾ ਭੈਣੀ ਤਹ ਨਾਹੀ। ਹੁਣ ਜਿੱਥੇ ਦੇਖਦੇ ਹਾਂ ਅਸੀਂ ਥਾਂ ਥਾਂ ਤੇ ਚੋਲਾ ਸਾਹਿਬ ਹੈ, ਭੈਣੀ ਕਿਤੇ ਲਿਖਿਆ ਨਹੀਂ ਮਿਲ ਰਿਹਾ ਕਾਗਜ਼ਾਂ ਵਿੱਚ। ਹਰ ਸਾਲ ਅਸੀਂ ਭੈਣੀ ਲਿਖਦੇ ਸੀ, ਸਾਨੂੰ ਪਤਾ ਸੀ ਭੈਣੀ ਭੈਣੀ ਬਹੁਤ ਦੂਰ ਤੱਕ ਲਿਖਿਆ ਹੋਇਆ ਸੀ, ਪਰ ਐਤਕੀ ਕੋਈ ਭੈਣੀ ਦਾ ਅੱਖਰ ਨਹੀਂ ਲੱਭਾ ਵਹੀਆਂ 'ਚ ਖਾਤਿਆਂ 'ਚੋਂ, ਤੇ ਉਹਦੀ ਥਾਂ ਤੇ ਚੋਲਾ ਸਾਹਿਬ ਨਿਕਲਿਆ ਹੈ। ਜਹਾਂਗੀਰ ਸੁਨ ਮਨ ਬਿਸਮਾਇਓ। ਸੁਣ ਕੇ ਬਾਦਸ਼ਾਹ ਜਹਾਂਗੀਰ ਹੈਰਾਨ ਹੋ ਗਿਆ। ਰਾਹ ਕੇ ਆਪਣੇ ਪਾਸ ਬੁਲਾਇਓ। ਤੇ ਉਹਨੇ ਜ਼ਿਮੀਂਦਾਰਾਂ ਨੂੰ ਜੱਟਾਂ ਨੂੰ ਆਪਣੇ ਕੋਲ ਸੱਦਿਆ ਜਹਾਂਗੀਰ ਬਾਦਸ਼ਾਹ ਨੇ। ਕਹੋ ਤੂੰ ਸਾਜ ਕਹਾ ਇਹ ਭਇਓ। ਬਾਦਸ਼ਾਹ ਕਹਿਣ ਲੱਗਾ ਜ਼ਿਮੀਂਦਾਰਾਂ ਨੂੰ, ਚੌਧਰੀ ਨੂੰ, ਨੰਬਰਦਾਰ ਨੂੰ, ਵੀ ਦੱਸੋ ਪੰਚਾਇਤ ਵਾਲਿਓ, ਸੱਚ ਦੱਸੋ ਕੀ ਜਾਦੂਗਰੀ ਹੈ ਤੁਹਾਡੀ। ਪੈਂਚ ਪ੍ਰਸੰਗ ਸਕਲ ਕਹਿ ਦਿਓ। ਪਿੰਡ ਦਾ ਚੌਧਰੀ ਹੱਥ ਜੋੜ ਕੇ ਬਾਦਸ਼ਾਹ ਨੂੰ ਸਾਰੀ ਗੱਲ ਦੱਸਦਾ ਹੈ। ਧਰਿਓ ਗੁਰੂ ਅਰਜਨ ਇਹ ਨਾਮੂ। ਬਾਦਸ਼ਾਹ ਸਲਾਮਤ, ਗੱਲ ਸੱਚੀ ਇਹ ਹੈ ਕਿ ਸਾਡੇ ਪਿੰਡ ਮਹਾਰਾਜ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਜੀ ਆਏ ਨੇ। ਸਤਿਗੁਰੂ ਜੀ ਨੇ ਸਾਡੇ ਪਿੰਡ ਦਾ ਨਾਮ ਚੋਲਾ ਸਾਹਿਬ ਰੱਖਿਆ ਹੈ, ਐਸੇ ਸਾਲ ਹੀ ਰੱਖਿਆ ਹੈ। ਹਾਂਜੀ, ਉਤਰੇ ਆਨ ਹਮਾਰੇ ਧਾਮੂ। ਉਹ ਸਾਡੇ ਪਿੰਡ ਆ ਉਤਰੇ ਨੇ, ਸਾਡੇ ਘਰਾਂ 'ਚ ਚਰਨ ਪਾਏ ਨੇ ਗੁਰੂ ਜੀ ਨੇ। ਸੁਨਤ ਸਾਹੋ ਤਬ ਸੀਸ ਨਿਵਾਇਓ। ਫਿਰ ਬਾਦਸ਼ਾਹ ਦਾ ਆਪੇ ਹੀ ਸਿਰ ਝੁਕ ਗਿਆ। ਬਾਦਸ਼ਾਹ ਕਹਿੰਦਾ ਫਿਰ ਉਹ ਤਾਂ ਗੱਦੀ ਬੜੀ ਵੱਡੀ, ਉਹ ਤਾਂ ਜੋ ਕਹਿ ਦੇਣ ਉਹ ਹੁੰਦਾ, ਉਹਨਾਂ ਦਾ ਬਚਨ ਕੌਣ ਟਾਲ ਸਕਦਾ। ਜੇ ਉਹਨਾਂ ਨੇ ਚੋਲਾ ਸਾਹਿਬ ਕਹਿ ਦਿੱਤਾ ਤੇ ਚੋਲਾ ਸਾਹਿਬ ਹੀ ਲਿਖਿਆ ਹੋਇਆ ਕਾਗਜ਼ਾਂ ਵਿੱਚ, ਫਿਰ ਤਾਂ ਬਈ ਸਾਡਾ ਕੋਈ ਜ਼ੋਰ ਨਹੀਂ, ਚੋਲਾ ਸਾਹਿਬ ਵੀ ਠੀਕ ਹੈ। ਆਪਣੇ ਦੀਵਾਨਾਂ ਨੂੰ ਵੀ ਕਹਿ ਦਿੱਤਾ ਵੀ ਜੋ ਇਹਨਾਂ ਦੇ ਟੈਕਸ ਨੇ ਉਹ ਚੋਲਾ ਸਾਹਿਬ ਦੇ ਨਾਂ ਤੇ ਲਿਆ ਕਰੋ। ਹੁਣ ਮਾਫੀ ਪਟਾ ਲਿਖਾਏ ਦਿਵਾਇਓ। ਤੇ ਨਾਲ ਹੀ ਉਹਨੇ ਕਹਿਤਾ ਵੀ ਇਹਨਾਂ ਨੂੰ ਨਾ ਅੱਗੇ ਨੂੰ ਟੈਕਸ ਵੀ ਨਹੀਂ ਲੈਣਾ, ਕਹਿੰਦੇ ਟੈਕਸ ਦਾ ਵੀ ਮਾਫੀਨਾਮਾ ਲਿਖ ਦਿੱਤਾ, ਪਟਾ ਲਿਖ ਦਿੱਤਾ। ਹਾਂਜੀ, ਸ਼੍ਰੀ ਅਰਜਨ ਕੀ ਕੀਨ ਪ੍ਰਸ਼ੰਸਾ। ਤੇ ਸਾਰੇ ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ ਜਪਣ ਲੱਗੇ ਹਨ। ਚਾਹੇ ਸੋ ਕਰਹਿ ਨਾ ਇਸ ਮਹਿ ਸੰਸਾ। ਸਾਰੇ ਕਹਿੰਦੇ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੋ ਚਾਹਣ ਸੋ ਕਰ ਸਕਦੇ, ਉਹਦੇ 'ਚ ਕੋਈ ਸੰਸਾ ਨਹੀਂ ਹੈ। ਪੂਰੇ ਸਤਿਗੁਰੂ ਪਰਮੇਸ਼ਰ ਦਾ ਰੂਪ ਗੁਰੂ ਨਾਨਕ ਦੇਵ ਗੁਰੂ ਅਰਜਨ ਦੇਵ ਜੀ, ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰੀ ਦਾ ਰੂਪ ਹਨ। ਰਹਿਓ ਪੰਚ ਟਿਕ ਗ੍ਰਾਮ ਮਹਾਨਾ। ਸੋ ਸਾਧ ਸੰਗਤ ਜੀ, ਉਹ ਪੰਚ ਜਿਹੜਾ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਟੈਕਸ ਦਾ ਸਾਰਾ ਉਹ ਵਾਰਤਾਲਾਪ ਆ ਕੇ ਉਸਨੇ ਦੱਸੀ ਤੇ ਗੁਰੂ ਸਾਹਿਬ ਕੋਲ ਰਿਹਾ। ਉਹ ਕਥਾ ਸਾਰੀ ਅੱਗੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।